ਹਾਂਜੀ ਸਟੂਡੈਂਟਸ, ਅੱਜ ਅਸੀਂ ਆਪਣੀ 11ਵੀਂ ਕਲਾਸ ਦੀ ਸੈਕਸ਼ਨ ਸੀ ਦੀ 4th ਸਟੋਰੀ ਦਾ ਮਾਡਲ ਮਿਲੀਨੀਅਰ, ਜਿਸ ਨੂੰ ਕਿ ਆਸਕਰ ਵਾਈਲਡ ਨੇ ਲਿਖਿਆ ਹੋਇਆ ਹੈ, ਉਸ ਦੀ ਕੰਪਰੀਹੈਂਸਿਵ ਐਕਸਪਲੇਨੇਸ਼ਨ ਅਤੇ ਐਨਾਲਿਸਿਸ ਕੰਟੀਨਿਊ ਕਰਾਂਗੇ। ਇਹ ਸਾਡੀ ਇਸ ਸਟੋਰੀ ਦਾ ਦੂਸਰਾ ਵੀਡੀਓ ਹੋਏਗਾ। ਤਾਂ ਸਟੂਡੈਂਟਸ, ਮੈਂ ਦੱਸਣਾ ਚਾਹਾਂਗਾ ਕਿ ਆਲਰੇਡੀ ਮੈਂ ਇਸ ਦਾ ਇੱਕ ਪਾਰਟ 1 ਬਣਾ ਚੁੱਕਿਆ ਹਾਂ, ਜਿਸ ਵਿੱਚ ਮੈਂ ਇਸ ਸਟੋਰੀ ਦੇ ਰਾਈਟਰ ਆਸਕਰ ਵਾਈਲਡ ਬਾਰੇ ਤੁਹਾਨੂੰ ਡਿਟੇਲ ਦੇ ਵਿੱਚ ਜਾਣਕਾਰੀ ਦਿੱਤੀ ਹੈ ਅਤੇ ਚੈਪਟਰ ਵਿੱਚ ਮੌਜੂਦ ਇਸ ਸਟੋਰੀ ਦੇ ਪੇਜ ਨੰਬਰ 147, 148 ਅਤੇ 149 ਦਾ ਕੁਝ ਹਿੱਸਾ ਮੈਂ ਆਲਰੇਡੀ ਕਵਰ ਕਰਵਾ ਚੁੱਕਿਆ ਹਾਂ। ਤਾਂ ਸਟੂਡੈਂਟਸ, ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਇਹ ਪਾਰਟ 1 ਵਾਲਾ ਵੀਡੀਓ ਜ਼ਰੂਰ ਦੇਖਿਆ ਹੋਵੇਗਾ। ਜੇਕਰ ਨਹੀਂ ਦੇਖਿਆ ਤਾਂ ਮੈਂ ਉਸ ਦਾ ਲਿੰਕ ਉੱਪਰ ਤੁਹਾਨੂੰ ਪ੍ਰੋਵਾਈਡ ਕਰ ਰਿਹਾ ਹਾਂ, ਜਿਸ ਤੇ ਜਾ ਕੇ ਤੁਸੀਂ ਇਹ ਵੀਡੀਓ ਦੇਖ ਸਕਦੇ ਹੋ, ਕਿਉਂਕਿ ਤਾਂ ਹੀ ਅੱਜ ਵਾਲਾ ਸਟੋਰੀ ਦਾ ਪਾਰਟ ਸਮਝਿਆ ਜਾ ਸਕਦਾ ਹੈ। ਜੇਕਰ ਤੁਸੀਂ ਆਲਰੇਡੀ ਦੇਖਿਆ ਹੋਇਆ ਹੈ ਤਾਂ ਕੰਟੀਨਿਊ ਕਰ ਸਕਦੇ ਹੋ। ਸਟੂਡੈਂਟਸ, ਮੈਂ +1 ਅਤੇ +2 ਕਲਾਸਿਸ ਦੇ ਜਨਰਲ ਇੰਗਲਿਸ਼ ਅਤੇ ਇਲੈਕਟਿਵ ਇੰਗਲਿਸ਼ ਦੇ ਬਹੁਤ ਸਾਰੇ ਵੀਡੀਓਜ਼ ਬਣਾਏ ਹੋਏ ਹਨ। ਇਹਨਾਂ ਵੀਡੀਓਜ਼ ਨੂੰ ਦੇਖਣ ਦੇ ਲਈ ਤੁਸੀਂ YouTube ਦੀ ਸਰਚ ਬਾਰ 'ਤੇ ਜਾ ਕੇ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਟਾਈਪ ਕਰੋ। ਰਿਜ਼ਲਟ ਵਿੱਚ ਆਈ ਪਹਿਲੀ ਸਾਈਟ 'ਤੇ ਦੀਪਕ ਸੂਦ 'ਤੇ ਜਾ ਕੇ ਕਲਿੱਕ ਕਰੋ। ਤਾਂ ਇਸ ਤਰ੍ਹਾਂ ਤੁਸੀਂ ਚੈਨਲ 'ਤੇ ਪਹੁੰਚ ਜਾਵੋਗੇ, ਜਿੱਥੇ ਤੁਸੀਂ ਵੀਡੀਓਜ਼ ਦਾ ਇੱਕ ਸੈਕਸ਼ਨ ਦੇਖੋਗੇ। ਵੀਡੀਓਜ਼ 'ਤੇ ਕਲਿੱਕ ਕਰੋ, ਤੁਹਾਨੂੰ ਮੇਰੀਆਂ ਬਣਾਈਆਂ ਹੋਈਆਂ ਸਾਰੀਆਂ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ। ਇਸ ਦੇ ਵਿੱਚ +1 +2 ਦੀਆਂ ਸਾਰੀਆਂ ਕਲਾਸਿਸ ਦੀਆਂ ਜੋ ਮੈਂ ਵੀਡੀਓਜ਼ ਬਣਾਈਆਂ ਹਨ ਉਹ ਸ਼ਾਮਿਲ ਹਨ। ਪਲੇਲਿਸਟ ਵਾਲੇ ਸੈਕਸ਼ਨ 'ਤੇ ਜਾ ਕੇ ਤੁਸੀਂ ਸਾਰੀਆਂ ਪਲੇਲਿਸਟ ਪ੍ਰਾਪਤ ਕਰ ਪਾਓਗੇ, ਜਿਵੇਂ ਕਿ ਕਲਾਸ 12 ਦੀ ਪਲੇਲਿਸਟ ਚੌਥੇ ਨੰਬਰ 'ਤੇ ਹੈ। ਇਸ 'ਤੇ ਤੁਸੀਂ ਜਾ ਕੇ ਜਦੋਂ ਵਿਊ ਫੁੱਲ ਪਲੇਲਿਸਟ ਕਰੋਗੇ ਤਾਂ ਤੁਹਾਨੂੰ ਕਲਾਸ 12 ਦੀਆਂ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ। ਇਸੇ ਤਰ੍ਹਾਂ ਤੁਸੀਂ ਬਾਕੀ ਕਲਾਸ 11 ਉਹਨਾਂ ਦੀ ਪਲੇਲਿਸਟ 'ਤੇ ਜਾ ਕੇ ਸਾਰੀਆਂ ਵੀਡੀਓਜ਼ ਪ੍ਰਾਪਤ ਕਰ ਸਕਦੇ ਹੋ। ਅਤੇ ਇਸੇ ਤਰ੍ਹਾਂ ਮੈਂ ਕਲਾਸ 11 ਅਤੇ ਕਲਾਸ 12 ਦੀਆਂ ਗ੍ਰਾਮਰ ਦੀਆਂ ਵੀਡੀਓ ਲਿਸਟ ਬਣਾਈ ਹੋਈ ਹੈ, ਤਾਂ ਉਹ ਸਾਰੀਆਂ ਵੀਡੀਓਜ਼ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ। ਅਤੇ ਇੱਕ ਪਲੇਲਿਸਟ ਇੰਗਲਿਸ਼ ਇਲੈਕਟਿਵ ਕਲਾਸ 11 ਦੀ ਵੀ ਹੈ, ਅਤੇ ਉਸ ਦੇ ਵਿੱਚ ਤੁਹਾਨੂੰ ਸਾਰੀਆਂ ਕਲਾਸ 11 ਦੀਆਂ ਪਲੇਲਿਸਟ ਪ੍ਰਾਪਤ ਹੋ ਜਾਣਗੀਆਂ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇੱਕ ਵਾਰ ਤੁਸੀਂ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਚੈਨਲ 'ਤੇ ਜ਼ਰੂਰ ਵਿਜ਼ਿਟ ਕਰੋ। The old beggar man took advantage of Trevor's absence to rest for a moment on a wooden bench that was behind him. ਜਦੋਂ ਟ੍ਰੈਵੋਰ ਬਾਹਰ ਚਲਾ ਜਾਂਦਾ ਹੈ ਤਾਂ ਜਿਹੜਾ ਉਸਦਾ ਸਬਜੈਕਟ ਹੁੰਦਾ ਹੈ, ਜਿਸ ਦੀ ਕਿ ਪੇਂਟਿੰਗ ਟ੍ਰੈਵੋਰ ਬਣਾ ਰਿਹਾ ਹੁੰਦਾ ਹੈ, ਉਹ ਬੁੱਢਾ ਭਿਖਾਰੀ ਇਸ ਮੌਕੇ ਦਾ ਫਾਇਦਾ ਉਠਾਉਂਦਾ ਹੈ। ਟੇਕ ਐਡਵਾਂਟੇਜ ਦਾ ਮਤਲਬ ਹੁੰਦਾ ਹੈ ਜੀ ਫਾਇਦਾ ਉਠਾਉਣਾ। ਕਿਸ ਦਾ? ਟ੍ਰੈਵੋਰ ਦੀ ਐਬਸੈਂਸ ਦਾ, ਉਹਦੀ ਗੈਰ ਹਾਜ਼ਰੀ ਦਾ, ਤਾਂ ਕਿ ਉਹ ਰੈਸਟ ਕਰ ਲੇ ਕੁਝ ਪਲ ਦੇ ਲਈ। ਤਾਂ ਇੱਕ ਲੱਕੜ ਦਾ ਬਣਿਆ ਹੋਇਆ ਬੈਂਚ ਹੁੰਦਾ ਜੀ, ਜਿਹੜਾ ਕਿ ਉਸਦੇ ਪਿੱਛੇ ਪਿਆ ਹੁੰਦਾ, ਉਸ 'ਤੇ ਉਹ ਬੈਠ ਜਾਂਦਾ। He looked so forlorn and wretched that Hughie could not help pitying him. ਉਹ ਇੰਨਾ ਜ਼ਿਆਦਾ ਖੋਇਆ, forlorn ਦਾ ਮਤਲਬ ਹੁੰਦਾ ਆਪਣੇ ਆਪ 'ਚ ਜਿਹੜਾ ਖੋਇਆ ਹੋਵੇ, ਹੈ ਨਾ, ਖਿਆਲਾਂ 'ਚ, ਤੇ wretched ਦਾ ਮਤਲਬ ਬਹੁਤ ਹੀ ਜ਼ਿਆਦਾ ਬੁਰੀ ਹਾਲਤ 'ਚ ਹੋਵੇ। ਤਾਂ ਇਸ ਤਰ੍ਹਾਂ ਲੱਗ ਰਿਹਾ ਸੀ ਕਿ Hughie ਜਿਹੜਾ ਹੁੰਦਾ ਹੈ could not help pitying him, ਤਾਂ Hughie ਤੋਂ ਉਸ ਉੱਤੇ ਤਰਸ ਕਰਨ ਤੋਂ ਰਿਹਾ ਨਹੀਂ ਜਾਂਦਾ। ਨਾ ਇੱਥੇ ਇੱਕ ਫਰੇਜ਼ ਆਉਂਦਾ ਬੱਚਿਓ, could not help pitying him। ਤਾਂ ਇਹ ਜਿਹੜਾ could not help ਵਾਲੇ ਫਰੇਜ਼ ਹੁੰਦੇ ਆ ਬੱਚਿਓ, ਇਹਦਾ ਮਤਲਬ ਹੁੰਦਾ ਹੈ ਜਦੋਂ ਕਿਸੇ ਚੀਜ਼ ਤੋਂ ਆਪਾਂ ਰਹਿ ਨਹੀਂ ਸਕਦੇ। could not help, ਇੱਥੇ ਹੁਣ ਦੇਖੋ ਪਿਟਿੰਗ ਲਿਖਿਆ ਹੋਇਆ, ਤਾਂ ਇੱਥੇ ਮਤਲਬ ਆਏਗਾ ਕਿ ਉਹ ਦਇਆ ਕਰਨ ਤੋਂ ਰਹਿ ਨਹੀਂ ਸਕਿਆ। ਮੰਨ ਲਓ ਜੇ ਆਪਾਂ ਪਿਟਿੰਗ ਦੀ ਥਾਂ 'ਤੇ ਇੱਥੇ ਲਾਫਿੰਗ ਕਰ ਲਈਏ, could not help laughing, ਤਾਂ ਅਸੀਂ ਕਹਿ ਸਕਦੇ ਹਾਂ ਕਿ ਉਹ ਹੱਸਣੋਂ ਨਹੀਂ ਰਹਿ ਸਕਿਆ। ਤਾਂ ਇਹ ਫਰੇਜ਼ ਆਉਂਦਾ ਜੀ ਪੂਰਾ। ਐਂਡ ਫੈਲਟ ਇਨ ਹਿਜ਼ ਪੋਕਟਸ ਟੂ ਸੀ ਵਟ ਮਨੀ ਹੀ ਹੈਡ, ਅਤੇ ਫਿਰ ਉਸਨੇ ਆਪਣੀਆਂ ਪੋਕਟਸ, ਆਪਣੀਆਂ ਜੇਬਾਂ ਦੇ ਵਿੱਚ ਦੇਖਿਆ ਕਿ ਕੁਝ ਹੈ ਉਸ ਕੋਲੇ ਪੈਸਾ। ਹਿਊਈ ਨੇ ਆਪਣੀਆਂ ਜੇਬਾਂ ਟਟੋਲੀਆਂ। all he could find was a sovereign and some coppers. ਉਹਨੂੰ ਇੱਕ ਸੋਵਰੀਨ ਮਿਲਿਆ ਆਪਣੀ ਜੇਬ ਦੇ ਵਿੱਚੋਂ, ਅਤੇ ਕੁਝ ਕਾਪਰਸ ਮਿਲੇ ਨਾ। ਸੋਵਰੀਨ ਦਾ ਮਤਲਬ ਹੁੰਦਾ ਹੈ ਜੀ ਅ ਗੋਲਡ ਕੋਇਨ। ਸੋਵਰੀਨ ਦਾ ਮਤਲਬ ਗੋਲਡ ਕੋਇਨ ਨੂੰ ਕਿਹਾ ਜਾਂਦਾ ਹੈ ਜੀ। UK ਦੇ ਵਿੱਚ ਚੱਲਦਾ, ਇੰਗਲੈਂਡ ਦੇ ਵਿੱਚ ਚੱਲਦਾ। ਕਾਪਰਸ ਦਾ ਮਤਲਬ ਹੁੰਦਾ ਹੈ ਜੀ ਸਿੱਕੇ, ਆਮ ਸਿੱਕੇ, ਕੋਇਨਸ, ਸਿੱਕੇ ਜਿਹੜੇ ਕਿ ਗੋਲਡ ਦੇ ਨਹੀਂ ਹੁੰਦੇ। ਪੂਅਰ ਓਲਡ ਫੈਲੋ, ਕਹਿੰਦੇ ਵਿਚਾਰਾ ਬੁੱਢਾ ਦੋਸਤ। ਹੀ ਥੋਟ ਟੂ ਹਿਮਸੈਲਫ, ਉਸਨੇ ਆਪਣੇ ਆਪ ਨੂੰ ਕਿਹਾ। ਹੀ ਵਾਂਟਸ ਇਟ ਮੋਰ ਦੈਨ ਆਈ ਡੂ, ਕਹਿੰਦੇ ਉਸ ਨੂੰ ਮੇਰੇ ਨਾਲੋਂ ਇਹਨਾਂ ਪੈਸਿਆਂ ਦੀ ਜ਼ਿਆਦਾ ਜ਼ਰੂਰਤ ਹੈ। ਦੇਖੋ ਉਹ ਕਿੰਨਾ ਸੋਚ ਰਿਹਾ ਹੈ ਉਸ ਬੈਗਰ ਦੇ ਬਾਰੇ। ਹੋਈ ਉਹ ਕਹਿੰਦਾ ਮੇਰੇ ਕੋਲੇ ਜਿਹੜੇ ਪੈਸੇ ਨੇ ਇਹਨਾਂ ਦੀ ਜ਼ਿਆਦਾ ਜ਼ਰੂਰਤ ਕਿਸ ਨੂੰ ਹੈ? ਬੈਗਰ ਨੂੰ ਹੈ। ਬਟ ਇਟ ਮੀਨਸ ਨੋ ਹੈਂਡਸਮ ਫॉर ਅ ਫੋਰਟਨਾਈਟ, ਪਰ ਜੇਕਰ ਮੈਂ ਹੁਣ ਦੇਖੋ ਇਹ ਸਾਰੇ ਪੈਸੇ ਉਸ ਨੂੰ ਦੇਤੇ ਤਾਂ ਫਿਰ ਮੈਨੂੰ ਅੱਜ ਰਾਤ ਨੂੰ ਹੈਂਡਸਮ ਨਹੀਂ ਮਿਲੇਗੀ, ਮੈਂ ਹੈਂਡਸਮ ਤੇ ਨਹੀਂ ਜਾ ਸਕਦਾ ਨਾ। ਵਾਟ ਇਜ਼ ਦਾ ਮੀਨਿੰਗ ਆਫ ਹੈਂਡਸਮ? ਹੈਂਡਸਮ ਦਾ ਮਤਲਬ ਉੱਪਰ 6 ਪਾਇਆ, ਆਪਾਂ ਦੇਖ ਲੈਂਦੇ ਹਾਂ। ਆ 2 wheeled horse drawn cab used in England in the old days, ਤਾਂ ਪੁਰਾਣੇ ਸਮੇਂ ਦੇ ਵਿੱਚ ਇੰਗਲੈਂਡ ਦੇ ਵਿੱਚ ਜੀ 2 ਪਹੀਏ ਵਾਲਾ ਇੱਕ ਰੱਥ ਟਾਈਪ ਹੁੰਦਾ ਸੀਗਾ ਜੀ, ਜਿਸ ਨੂੰ ਕਿ ਘੋੜੇ ਖਿੱਚਦੇ ਸੀਗੇ। ਤਾਂ ਇੱਕ ਤਰ੍ਹਾਂ ਦੀ ਕੈਬ ਹੁੰਦੀ ਸੀ, ਅੱਜ ਕੱਲ੍ਹ ਤਾਂ ਕਾਰਾਂ ਚੱਲ ਪਈਆਂ, ਤਾਂ ਘੋੜਿਆਂ ਵਾਲੀ ਕੈਬ ਸੀਗੀ ਜੀ। ਤਾਂ ਉਹ ਉਸ ਨੂੰ ਹੈਂਡਸਮ ਕਹਿ ਰਿਹਾ ਕਿ ਅੱਜ ਰਾਤ ਨੂੰ ਜਦੋਂ ਮੈਂ ਵਾਪਸ ਘਰ ਜਾਊਂਗਾ ਤਾਂ ਮੈਨੂੰ ਫਿਰ ਬਿਨਾਂ ਹੈਂਡਸਮ ਤੋਂ ਜਾਣਾ ਪਏਗਾ, ਮਤਲਬ ਕਿ ਮੈਨੂੰ ਪੈਦਲ ਜਾਣਾ ਪਏਗਾ, ਜੇਕਰ ਮੈਂ ਇਹ ਸਾਰੇ ਪੈਸੇ ਬੈਗਰ ਨੂੰ ਦੇਤੇ।
ਐਂਡ ਹੀ ਵਾਕਡ ਅਕ੍ਰੋਸ ਦਾ ਸਟੂਡੀਓ, ਤਾਂ ਸਟੂਡੀਓ ਪਾਰ ਕਰਕੇ ਜਾਂਦਾ ਹੈ, ਐਂਡ ਸਲਿਪਡ ਦਾ ਸੋਵਰੀਨ ਇਨਟੂ ਦਾ ਬੈਗਰਸ ਹੈਂਡ, ਅਤੇ ਉਹ ਜਿਹੜਾ ਸੋਨੇ ਦਾ ਸਿੱਕਾ ਉਹਦੇ ਕੋਲ ਹੁੰਦਾ ਸੋਵਰੀਨ ਜੇਬ 'ਚ ਪਿਆ ਹੁੰਦਾ, ਉਹ ਬੈਗਰ ਦੇ ਹੱਥਾਂ ਦੇ ਵਿੱਚ ਰੱਖ ਦਿੰਦਾ। ਦਾ ਓਲਡ ਮੈਨ ਸਟਾਰਟਲਡ, ਹੁਣ ਉਹ ਜਿਹੜਾ ਬੁੱਢਾ ਆਦਮੀ ਹੈ ਬੈਗਰ ਹੈ, ਉਹ ਇੱਕਦਮ ਹੈਰਾਨ ਹੋ ਜਾਂਦਾ ਹੈ। ਐਂਡ ਅ ਫੇਂਟ ਸਮਾਈਲ ਫਿਟਡ ਅਕ੍ਰੋਸ ਹਿਜ਼ ਵੀਦਰਡ ਲਿਪਸ, ਅਤੇ ਇੱਕ ਹਲਕੀ ਜਿਹੀ ਸਮਾਈਲ ਉਸਦੇ ਵੀਦਰਡ ਲਿਪਸ, ਵੀਦਰਡ ਦਾ ਮਤਲਬ ਮੁਰਝਾਏ ਹੋਏ ਬੁੱਲਾਂ ਤੇ ਆ ਕੇ ਟਿਕ ਜਾਂਦੀ ਹੈ। ਥੈਂਕ ਯੂ ਸਰ, ਧੰਨਵਾਦ ਸਰ, ਹੀ ਸੈਡ, ਉਸਨੇ ਕਿਹਾ ਥੈਂਕ ਯੂ, ਫਿਰ ਧੰਨਵਾਦ ਕਰਦਾ ਜੀ ਬੈਗਰ ਹਿਊਈ ਦਾ। ਦੈਨ ਟ੍ਰੈਵੋਰ ਅਰਾਈਵਡ, ਫਿਰ ਟ੍ਰੈਵੋਰ ਆ ਜਾਂਦਾ ਹੈ, ਐਂਡ ਹਿਊਈ ਟੁਕ ਹਿਜ਼ ਲੀਵ, ਅਤੇ ਹਿਊਈ ਉਸ ਤੋਂ ਅਲਵਿਦਾ ਲੈਂਦਾ ਹੈ। ਬਲਸ਼ਿੰਗ ਅ ਲਿਟਲ ਐਟ ਵਟ ਹੀ ਹੈਡ ਡਨ, ਥੋੜਾ ਜਿਹਾ ਸ਼ਰਮਾਂਦਾ ਹੈ, ਅ ਲਿਟਲ ਥੋੜਾ ਜਿਹਾ, ਬਲਸ਼ਿੰਗ ਦਾ ਮਤਲਬ ਸ਼ਰਮਾਣਾ, ਜੋ ਕੁਛ ਉਸਨੇ ਕੀਤਾ ਸੀ। ਕੀ ਕੀਤਾ ਸੀ? ਉਸਨੇ ਆਪਣੇ ਪੈਸੇ ਬੈਗਰ ਨੂੰ ਦੇਤੇ ਸੀ। ਦੇਖੋ ਉਸਨੇ ਪੈਸੇ ਦੇਤੇ, ਲੇਕਿਨ ਇਹਦੇ ਬਾਰੇ ਉਸਨੇ ਟ੍ਰੈਵੋਰ ਨੂੰ ਨਹੀਂ ਦੱਸਿਆ। ਹੀ ਸਪੈਂਡ ਦਾ ਡੇ ਵਿਦ ਲੋਰਾ, ਉਸ ਤੋਂ ਬਾਅਦ ਉਹ ਲੋਰਾ ਕੋਲ ਆ ਜਾਂਦਾ ਜੀ। ਲੋਰਾ ਤੁਹਾਨੂੰ ਯਾਦ ਹੋਣੀ, ਉਸ ਦੀ ਬਿਲਵਡ ਹੈ। ਗੋਟ ਅ ਚਾਰਮਿੰਗ ਸਕੋਲਡਿੰਗ ਫॉर ਹਿਜ਼ ਐਕਸਟਰਾ ਵੇਜਿੰਸ ਐਂਡ ਹੈਡ ਟੂ ਵਾਕ ਹੋਮ, ਥੋੜੀ ਜੀ ਚਾਰਮਿੰਗ ਸਕੋਲਡਿੰਗ, ਤਾਂ ਚਾਰਮਿੰਗ ਮਤਲਬ ਪਿਆਰੀ ਜੀ, ਸਕੋਲਡਿੰਗ ਦਾ ਮਤਲਬ ਝਿੜਕ, ਤਾਂ ਪਿਆਰੀ ਜੀ ਝਿੜਕ ਲਾਰਾ ਉਹਨੂੰ ਲਗਾਉਂਦੀ ਹੈ ਕਿ ਤੂੰ ਹੀ ਫਜ਼ੂਲ ਖਰਚੀ ਕਰੀ ਜਾਂਦਾ ਸਾਰੇ ਕਿਤੇ, ਤੇ ਫਿਰ ਉਸ ਨੂੰ ਪੈਦਲ ਘਰੇ ਜਾਣਾ ਪੈਂਦਾ, ਜਿਵੇਂ ਕਿ ਉਸਨੇ ਸੋਚਿਆ ਸੀ ਕਿ ਅੱਜ ਮੈਂ ਬੱਗੀ ਤੇ ਤਾਂ ਜਾ ਨਹੀਂ ਸਕਦਾ, ਕਿਉਂਕਿ ਉਸਨੇ ਪੈਸੇ ਬੈਗਰ ਨੂੰ ਦੇਤੇ ਸੀ, ਤੇ ਉਹ ਪੈਦਲ ਕਰ ਗਿਆ। ਦੈਟ ਨਾਈਟ ਹੀ ਸਟਰੋਲਡ ਇਨਟੂ ਦਾ ਪੈਲੇਟ ਕਲੱਬ ਅਬਾਊਟ 11 o'clock, ਤਾਂ ਰਾਤ ਨੂੰ ਉਹ ਪੈਲੇਟ ਕਲੱਬ ਜਾਂਦਾ ਹੈ ਜੀ। ਸਟਰੋਲਡ ਇਨਟੂ ਦਾ ਮਤਲਬ ਹੁੰਦਾ ਹੈ ਟਹਿਲ ਕਦਮੀ ਕਰਦੇ ਹੋਏ ਜਾਣਾ। ਸਟਰੋਲ ਦਾ ਮਤਲਬ ਵੈਸੇ ਵੀ ਟਹਿਲ ਕਦਮੀ ਹੁੰਦੀ ਹੈ, ਪੈਦਲ ਜਦ ਆਪਾਂ ਮਸਤੀ ਜਿਹਦੇ ਨਾਲ ਜਾਂਦੇ ਹਾਂ ਉਹਨੂੰ ਕਹਿੰਦੇ ਹਾਂ। 11 ਵਜੇ ਉਹ ਪੈਲੇਟ ਕਲੱਬ ਜਾਂਦਾ ਹੈ, ਐਂਡ ਫਾਊਂਡ ਟ੍ਰੈਵੋਰ ਸਿਟਿੰਗ ਬਾਏ ਹਿਮਸੈਲਫ, ਅਤੇ ਉਹ ਟ੍ਰੈਵੋਰ ਨੂੰ ਇਕੱਲਾ ਬੈਠਿਆ ਪਾਉਂਦਾ ਹੈ। ਸਿਟਿੰਗ ਬਾਏ ਹਿਮਸੈਲਫ ਦਾ ਮਤਲਬ ਹੁੰਦਾ ਹੈ ਇਕੱਲਿਆਂ ਬੈਠਿਆ ਪਾਉਣਾ। ਇਨ ਦਾ ਸਮੋਕਿੰਗ ਰੂਮ, ਤਾਂ ਉਸ ਕਲੱਬ ਦੇ ਵਿੱਚ ਇੱਕ ਸਮੋਕਿੰਗ ਰੂਮ ਹੁੰਦਾ ਜੀ, ਜਿੱਥੇ ਕੋਈ ਵੀ ਜਾ ਕੇ ਸਿਗਰਟ ਪੀ ਸਕਦਾ, ਤਾਂ ਉੱਥੇ ਬੈਠਾ ਹੁੰਦਾ ਉਹ। ਡਰਿੰਕਿੰਗ ਹੌਕ ਐਂਡ ਸੈਲਜ਼ਰ, ਤਾਂ ਉਹ ਹੌਕ ਪੀ ਰਿਹਾ ਹੁੰਦਾ ਹੈ ਤੇ ਸੈਲਜ਼ਰ ਪੀ ਰਿਹਾ ਹੁੰਦਾ ਨਾ। ਹੌਕ ਕੀ ਹੈ ਜੀ? ਹੌਕ ਆਪਾਂ ਦੇਖ ਲੈਂਦੇ ਹਾਂ, 7 ਨੰਬਰ ਹੈ, ਜਰਮਨ ਵਾਈਟ ਵਾਈਨ। ਯਾਦ ਕਰੋ ਪਹਿਲਾਂ ਸ਼ੈਰੀ ਆਈ ਸੀ, ਜੋ ਸਪੇਨ ਦੀ ਵਾਈਨ ਸੀ ਜੀ, ਤਾਂ ਉਹ ਸ਼ੈਰੀ ਸੀ, ਲੇਕਿਨ ਜਰਮਨ ਦੇ ਵਿੱਚ ਜੇ ਉਸੇ ਤਰ੍ਹਾਂ ਦੀ ਵਾਈਨ ਬਣੇ ਤਾਂ ਆਪਾਂ ਉਸ ਨੂੰ ਕਹਿੰਦੇ ਹਾਂ ਹੌਕ, ਤਾਂ ਇਹ ਵੀ ਸ਼ਰਾਬ ਦੀ ਕਿਸਮ ਹੈ। ਐਂਡ ਸੈਲਜ਼ਰ, ਅਤੇ ਸੈਲਜ਼ਰ ਕੀ ਹੈ ਜੀ? 8 ਨੰਬਰ ਪਿਆ, ਐਂਡ ਆਰਟੀਫਿਸ਼ੀਅਲੀ ਪ੍ਰੀਪੇਅਰਡ ਮਿਨਰਲ ਵਾਟਰ, ਤਾਂ ਇੱਕ ਬਣਾਉਟੀ ਤਰੀਕੇ ਨਾਲ ਬਣਾਇਆ ਹੋਇਆ ਮਿਨਰਲ ਵਾਟਰ ਹੈ ਜੀ, ਤਾਂ ਉਸ ਨੂੰ ਮਿਕਸ ਕਰਕੇ ਉਹ ਹੌਕ ਦੇ ਵਿੱਚ ਪੀ ਰਿਹਾ ਹੋਣਾ। ਵੈਲ ਐਲਨ, ਡਿਡ ਯੂ ਗੈਟ ਦਾ ਪਿਕਚਰ ਫਿਨਿਸ਼ਡ ਆਲ ਰਾਈਟ, ਹੀ ਸੈਡ, ਹੁਣ ਹਿਊਈ ਐਲਨ ਨੂੰ ਪੁੱਛਦਾ, ਜਿਹੜੀ ਪਿਕਚਰ ਤੂੰ ਬਣਾ ਰਿਹਾ ਸੀ, ਪੇਂਟ ਕਰ ਰਿਹਾ ਸੀ, ਬਿਲਕੁਲ ਠੀਕ ਠਾਕ ਫਿਨਿਸ਼ ਕਰ ਲਈ, ਖਤਮ ਕਰ ਲਈ? ਫਿਨਿਸ਼ਡ ਐਂਡ ਫਰੇਮਡ ਮਾਈ ਬॉय, ਆਨਸਰ ਟ੍ਰੈਵੋਰ, ਤਾਂ ਟ੍ਰੈਵੋਰ ਆਨਸਰ ਦਿੰਦਾ ਹੈ ਕਿ ਮੇਰੇ ਬੱਚੇ ਫਿਨਿਸ਼ ਵੀ ਹੋ ਗਈ ਤੇ ਫਰੇਮ ਵੀ ਹੋ ਗਈ, ਮਤਲਬ ਕਿ ਉਸ ਨੂੰ ਮੈਂ ਫਰੇਮ ਵੀ ਕਰਵਾ ਲਿਆ। ਐਂਡ ਬਾਏ ਦਾ ਬਾਏ ਯੂ ਹੈਵ ਮੇਡ ਅ ਕੌਨਕੁਐਸਟ, ਤਾਂ ਇਸ ਲਾਈਨ ਦੇ ਵਿੱਚ ਸਟੂਡੈਂਟਸ 2 ਫਰੇਜ਼ ਆਏ ਹੈ, ਇੱਕ ਹੈ ਬਾਏ ਦਾ ਬਾਏ, ਇੱਕ ਹੈ ਮੇਕ ਅ ਕੌਨਕੁਐਸਟ। ਤਾਂ ਆਪਾਂ ਦੋਨਾਂ ਨੂੰ ਸਟੱਡੀ ਕਰਦੇ ਹਾਂ। ਤਾਂ ਬਾਏ ਦਾ ਬਾਏ ਜਿਹੜਾ ਫਰੇਜ਼ ਹੈ, ਇਸ ਦਾ ਮਤਲਬ ਇਹ ਹੁੰਦਾ ਕਿ ਸਪੋਜ਼ ਕਰੋ ਤੁਸੀਂ ਕੋਈ ਸਟੇਟਮੈਂਟ ਦੇਣੀ ਹੁੰਦੀ ਹੈ, ਕੋਈ ਗੱਲ ਕਹਿਣੀ ਹੁੰਦੀ ਹੈ, ਤੇ ਉਹ ਗੱਲ ਪਹਿਲਾਂ ਵਾਲੀ ਕਹੀ ਗਈ ਗੱਲ ਤੋਂ ਡਿਫਰੈਂਟ ਹੁੰਦੀ ਹੈ, ਤਾਂ ਆਪਾਂ ਪੰਜਾਬੀ 'ਚ ਕਹਿ ਦਿੰਦੇ ਹਾਂ ਨਾ, ਇੱਕ ਉਹ ਮੈਂ ਤੈਨੂੰ ਗੱਲ ਕਹੀ ਸੀ, ਇਸ ਤਰ੍ਹਾਂ ਆਪਾਂ ਪੰਜਾਬੀ 'ਚ ਕਹਿ ਦਿੰਦੇ ਹਾਂ। ਤਾਂ ਉਦੋਂ ਆਪਾਂ ਗੱਲ ਕਹਿਣ ਤੋਂ ਪਹਿਲਾਂ ਬਾਏ ਦਾ ਬਾਏ ਕਹਿੰਦੇ ਹਾਂ। ਵੈਸੇ ਤੁਸੀਂ ਬਾਏ ਦਾ ਵੇ ਇੱਕ ਫਰੇਜ਼ ਸੁਣਿਆ ਹੋਣਾ ਇੰਗਲਿਸ਼ ਦੇ ਵਿੱਚ ਕਾਫੀ ਵਾਰੀ, ਤਾਂ ਬਾਏ ਦਾ ਵੇ ਤੇ ਬਾਏ ਦਾ ਬਾਏ ਇਹ ਸੇਮ ਹੀ ਚੀਜ਼ ਹੈ, ਇਹਦਾ ਇੱਕੋ ਹੀ ਮਤਲਬ ਹੈ। ਆਮ ਤੌਰ 'ਤੇ ਆਪਾਂ ਕੋਈ ਗੱਲ ਕਹਿਣ ਤੋਂ ਪਹਿਲਾਂ ਇਹ ਵਾਲੇ ਫਰੇਜ਼ ਆਪਾਂ ਯੂਜ਼ ਕਰਦੇ ਹਾਂ। ਤੇ ਫਿਰ ਉਹ ਕਹਿੰਦਾ ਟ੍ਰੈਵੋਰ, ਯੂ ਹੈਵ ਮੇਡ ਅ ਕੌਨਕੁਐਸਟ। ਨਾਓ ਮੇਡ ਅ ਕੌਨਕੁਐਸਟ ਦਾ ਮਤਲਬ ਹੁੰਦਾ ਹੈ, ਵੈਸੇ ਇਹ ਫਰੇਜ਼ ਹੈ ਜੀ, ਮੇਕ ਅ ਕੌਨਕੁਐਸਟ। ਮੇਕ ਅ ਕੌਨਕੁਐਸਟ ਦਾ ਮਤਲਬ ਹੁੰਦਾ ਹੈ ਟੂ ਵਿਨ ਅਫੈਕਸ਼ਨਸ। ਟੂ ਵਿਨ ਅਫੈਕਸ਼ਨਸ ਦਾ ਮਤਲਬ ਹੁੰਦਾ ਹੈ ਕਿਸੇ ਦਾ ਦਿਲ ਜਿੱਤਣਾ। ਮੰਨ ਲਓ ਤੁਸੀਂ ਕਿਸੇ ਗੱਲ ਦੇ ਨਾਲ ਕਿਸੇ ਬੰਦੇ ਨੂੰ ਜਿੱਤ ਲੈਂਦੇ ਹੋ, ਉਹ ਬੰਦਾ ਤੁਹਾਡੇ ਪ੍ਰਤੀ ਚੰਗੇ ਵਿਚਾਰ ਰੱਖਣ ਲੱਗ ਜਾਂਦਾ, ਤਾਂ ਆਪਾਂ ਕਹਿੰਦੇ ਹਾਂ ਮੇਕ ਅ ਕੌਨਕੁਐਸਟ। ਤਾਂ ਹੁਣ ਟ੍ਰੈਵੋਰ ਕਹਿ ਰਿਹਾ ਹੈ, ਤੂੰ ਤਾਂ ਦਿਲ ਜਿੱਤ ਲਿਆ। ਦੈਟ ਓਲਡ ਮਾਡਲ ਯੂ ਸੋ ਇਜ਼ ਕੁਆਇਟ ਡਿਵੋਟਿਡ ਟੂ ਯੂ। ਹੁਣ ਉਹ ਅਗਲੀ ਲਾਈਨ 'ਚ ਇਹ ਦੱਸਦਾ ਕਿ ਦਿਲ ਕਿਹਦਾ ਜਿੱਤਿਆ। ਕਹਿੰਦੇ ਉਹੀ ਓਲਡ ਮਾਡਲ ਜਿਹੜਾ ਮੇਰੇ ਸਟੂਡੀਓ ਦੇ ਵਿੱਚ ਬੈਗਰ ਬਣਿਆ ਹੋਇਆ ਸੀ, ਜਿਸ ਨੂੰ ਕਿ ਤੂੰ ਦੇਖਿਆ ਸੀ, ਉਹ ਤੈਨੂੰ ਕਾਫੀ ਜ਼ਿਆਦਾ ਪਸੰਦ ਕਰਦਾ। ਆਈ ਹੈਡ ਟੂ ਟੈਲ ਹਿਮ ਆਲ ਅਬਾਊਟ ਯੂ। ਕਹਿੰਦੇ ਮੈਨੂੰ ਉਸ ਨੂੰ ਤੇਰੇ ਬਾਰੇ ਸਾਰਾ ਕੁਝ ਦੱਸਣਾ ਪਿਆ। ਹੂ ਆਰ ਯੂ, ਕੀ ਕੁਝ ਦੱਸਣਾ ਪਿਆ ਕਿ ਤੂੰ ਕੌਣ ਹੈ। ਵੇਅਰ ਯੂ ਲਿਵ, ਤੂੰ ਕਿੱਥੇ ਰਹਿੰਦਾ ਹੈ। ਵਾਟ ਯੂਅਰ ਇਨਕਮ ਇਜ਼, ਤੇਰੀ ਆਮਦਨ ਕੀ ਹੈ। ਵਾਟ ਪ੍ਰੋਸਪੈਕਟਸ ਯੂ ਹੈਵ, ਤੇ ਤੇਰਾ ਆਉਣ ਵਾਲਾ ਫਿਊਚਰ ਕੀ ਹੈ। ਮਾਈ ਡੀਅਰ ਐਲਨ ਕ੍ਰਾਈਡ ਹਿਊਈ। ਹੁਣ ਹਿਊਈ ਚਿੱਲਾ ਕੇ ਕਹਿੰਦਾ ਹੈ ਕਿ ਮੇਰੇ ਪਿਆਰੇ ਐਲਨ, ਆਈ ਸ਼ੈਲ ਪ੍ਰੋਬੇਬਲੀ ਫਾਈਂਡ ਹਿਮ ਵੇਟਿੰਗ ਫॉर ਮੀ ਵੈਨ ਆਈ ਗੋ ਹੋਮ। ਕਹਿੰਦੇ ਸ਼ਾਇਦ ਮੈਂ ਜਦੋਂ ਘਰੇ ਪਹੁੰਚਾਂ, ਵੈਨ ਆਈ ਗੋ ਹੋਮ, ਜਦੋਂ ਮੈਂ ਘਰ ਪਹੁੰਚਾਂ ਤਾਂ ਮੈਂ ਉਸ ਨੂੰ ਵੇਟ ਕਰਦੇ ਹੋਏ ਪਾਵਾਂ। ਬਟ ਆਫ ਕੋਰਸ ਯੂ ਆਰ ਓਨਲੀ ਜੋਕਿੰਗ, ਪਰ ਮੈਨੂੰ ਪਤਾ ਹੈ ਤੂੰ ਤਾਂ ਸਿਰਫ ਮੇਰੇ ਨਾਲ ਮਜ਼ਾਕ ਹੀ ਕਰ ਰਹੇ ਹੈ। ਪੂਅਰ ਓਲਡ ਰੈਚ, ਕਹਿੰਦੇ ਕਿੰਨਾ ਗਰੀਬ ਸੀਗਾ ਉਹ। ਆਈ ਵਿਸ਼ ਆਈ ਕੁਡ ਡੂ ਸਮਥਿੰਗ ਫॉर ਹਿਮ, ਤਾਂ ਮੈਨੂੰ ਲੱਗਿਆ ਕਿ ਸ਼ਾਇਦ ਮੈਂ ਉਸ ਲਈ ਕੁਝ ਕਰ ਪਾਵਾਂ। ਆਈ ਥਿੰਕ ਇਟ ਇਜ਼ ਡਰੈਡਫੁਲ ਦੈਟ ਐਨੀ ਵਨ ਸ਼ੁੱਡ ਬੀ ਸੋ ਮਿਜ਼ਰੇਬਲ। ਕਹਿੰਦੇ
ਮੈਨੂੰ ਤਾਂ ਐਂ ਲੱਗਦਾ ਹੈ ਕਿ ਕਿੰਨਾ ਡਰਾਉਣਾ ਹੈ, ਡਰੈਡਫੁਲ ਦਾ ਮਤਲਬ ਕਿੰਨਾ ਡਰਾਉਣਾ ਹੈ ਕਿ ਕੋਈ ਇੰਨਾ ਦੁਖੀ ਕਿਵੇਂ ਹੋ ਸਕਦਾ ਹੈ। ਉਹਨੇ ਸਾਰੀਆਂ ਗੱਲਾਂ ਉਸ ਬੈਗਰ ਦੇ ਬਾਰੇ ਕਹਿ ਰਿਹਾ ਜੋ ਮਾਡਲ ਬਣਿਆ ਹੋਇਆ ਸੀਗਾ। ਆਈ ਹੈਵ ਗੋਟ ਹੀਪਸ ਆਫ ਓਲਡ ਕਲੋਥਸ ਐਟ ਹੋਮ, ਕਹਿੰਦੇ ਮੇਰੇ ਕੋਲੇ ਘਰੇ, ਐਟ ਹੋਮ ਘਰੇ ਢੇਰ ਲੱਗਿਆ ਹੋਇਆ ਪੁਰਾਣੇ ਕੱਪੜਿਆਂ ਦਾ। ਹੀਪਸ ਦਾ ਮਤਲਬ ਹੁੰਦਾ ਹੈ ਢੇਰ, ਕਿ ਮੇਰੇ ਘਰੇ ਪੁਰਾਣੇ ਕੱਪੜਿਆਂ ਦਾ ਢੇਰ ਲੱਗਿਆ ਹੋਇਆ। ਡੂ ਯੂ ਥਿੰਕ ਹੀ ਵੁੱਡ ਕੇਅਰ ਫॉर ਐਨੀ ਆਫ them, ਕੀ ਤੂੰ ਸੋਚਦਾ ਹੈ ਕਿ ਉਹ ਉਹਨਾਂ ਨੂੰ ਪਸੰਦ ਕਰੇਗਾ। ਇੱਥੇ ਵੀ ਇੱਕ ਸਟੂਡੈਂਟਸ ਫਰੇਜ਼ ਆਇਆ ਕੇਅਰ ਫॉर, ਤਾਂ ਕੇਅਰ ਫॉर ਦਾ ਮਤਲਬ ਹੁੰਦਾ ਹੈ ਹੈਵ ਆ ਲਾਈਕਿੰਗ। ਹੈਵ ਆ ਲਾਈਕਿੰਗ ਦਾ ਮਤਲਬ ਹੁੰਦਾ ਜੀ ਪਸੰਦ ਕਰਨਾ। ਕੀ ਤੁਹਾਨੂੰ ਲੱਗਦਾ ਹੈ ਕਿ ਜੇ ਮੈਂ ਉਹਨੂੰ ਆਪਣੇ ਉਹ ਪੁਰਾਣੇ ਕੱਪੜੇ ਦੇਵਾਂ ਜਿਨ੍ਹਾਂ ਦਾ ਕਿ ਢੇਰ ਲੱਗਿਆ ਮੇਰੇ ਘਰੇ, ਉਹ ਉਹਨਾਂ ਨੂੰ ਪਸੰਦ ਕਰੇਗਾ। ਵਾਈ ਹਿਜ਼ ਰੈਗਸ ਵਰ ਫਾਲਿੰਗ ਟੂ ਬਿਟਸ, ਕਹਿੰਦੇ ਕਿਉਂ, ਕਿਉਂਕਿ ਉਸਦੇ ਜਿਹੜੇ ਕੱਪੜੇ ਸੀ, ਰੈਗਸ ਜੋ ਉਸਨੇ ਫਟੇ ਪੁਰਾਣੇ ਕੱਪੜੇ ਪਾਏ ਹੋਏ ਸੀ, ਉਹ ਤਾਂ ਡਿੱਗਣ ਨੂੰ ਪੈ ਰਹੇ ਸੀ ਨਾ। ਫਾਲ ਟੂ ਬਿਟਸ ਵੀ ਬੱਚਿਓ ਇੱਕ ਫਰੇਜ਼ ਹੁੰਦਾ ਹੈ, ਇਹਦਾ ਮਤਲਬ ਹੁੰਦਾ ਹੈ ਇਨ ਵੈਰੀ ਬੈਡ ਕੰਡੀਸ਼ਨ। ਤਾਂ ਫਾਲ ਟੂ ਬਿਟਸ ਦਾ ਮਤਲਬ ਹੁੰਦਾ ਹੈ ਬਹੁਤ ਜ਼ਿਆਦਾ ਬੁਰੀ ਹਾਲਤ 'ਚ ਜਦੋਂ ਕੋਈ ਚੀਜ਼ ਹੁੰਦੀ ਹੈ ਆਪਾਂ ਉਹਨੂੰ ਕਹਿੰਦੇ ਹਾਂ ਫਾਲ ਟੂ ਬਿਟਸ। ਤਾਂ ਇੱਥੇ ਫਾਲਿੰਗ ਟੂ ਬਿਟਸ ਲੱਗਿਆ ਹੋਇਆ, ਕਿਹਦੇ ਲਈ ਲੱਗਿਆ ਹੋਇਆ, ਉਸ ਦੇ ਫਟੇ ਪੁਰਾਣੇ ਕੱਪੜਿਆਂ ਦੇ ਲਈ ਲੱਗਿਆ। ਬਟ ਹੀ ਲੁੱਕ ਸਪਲੈਂਡਿਡ ਇਨ ਦੈਮ ਸੈਡ ਟ੍ਰੈਵਰ, ਟ੍ਰੈਵਰ ਨੇ ਕਿਹਾ, ਕਹਿੰਦੇ ਪਰ ਉਹ ਤਾਂ ਉਹਨਾਂ ਕੱਪੜਿਆਂ 'ਚ ਸ਼ਾਨਦਾਰ ਲੱਗ ਰਿਹਾ ਸੀ। ਸਪਲੈਂਡਿਡ ਦਾ ਮਤਲਬ ਸ਼ਾਨਦਾਰ। ਆਈ ਵੁਡਨਟ ਪੇਂਟ ਹਿਮ ਇਨ ਅ ਫਰੋਕ ਕੋਟ ਫॉर ਐਨੀਥਿੰਗ, ਕਹਿੰਦੇ ਜੇਕਰ ਉਸਨੇ ਫਰੋਕ ਕੋਟ ਪਾਇਆ ਹੁੰਦਾ, ਕੋਟ ਵਗੈਰਾ ਪਾਇਆ ਹੁੰਦਾ, ਤਾਂ ਮੈਨੂੰ ਪੇਂਟ ਥੋੜੀ ਕਰਦਾ, ਕਿਉਂਕਿ ਮੈਨੂੰ ਤਾਂ ਬੈਗਰ ਦੀ ਤਸਵੀਰ ਚਾਹੀਦੀ ਸੀ। ਤਾਂ ਮੈਨੂੰ ਬੈਗਰ ਦੀ ਤਸਵੀਰ ਤਾਂ ਉਹਦੇ ਜਿਹੜੇ ਅਸਲੀ ਲਿਬਾਸ ਨੇ ਇੱਕ ਭਿਖਾਰੀ ਦੇ, ਉਸੇ ਨਾਲ ਹੀ ਮੈਂ ਉਸ ਨੂੰ ਪੇਂਟ ਕਰ ਸਕਦਾ ਸੀ। ਹੁਣ ਜੇ ਉਹਨੇ ਕੋਟ ਪਾਇਆ ਹੋਇਆ ਫਿਰ ਮੈਂ ਥੋੜੀ ਉਹਨੂੰ ਪੇਂਟ ਕਰਦਾ। ਵਟ ਕਾਲ ਯੂ ਰੈਗਸ ਆਈ ਕਾਲ ਰੋਮਾਂਸ। ਹੁਣ ਦੇਖੋ ਟ੍ਰੈਵਰ ਕੀ ਕਹਿ ਰਿਹਾ, ਕਹਿੰਦੇ ਜਿਨ੍ਹਾਂ ਨੂੰ ਤੂੰ ਫਟੇ ਪੁਰਾਣੇ ਕੱਪੜੇ ਕਹਿ ਰਹੇ ਹੈ, ਮੈਨੂੰ ਤਾਂ ਉਹ ਇਮੈਜੀਨੇਸ਼ਨ ਲੱਗਦੀ ਹੈ, ਮੇਰੇ ਲਈ ਰੋਮਾਂਸ ਲੱਗਦਾ ਹੈ ਨਾ। ਰੋਮਾਂਸ ਦਾ ਮਤਲਬ ਇੱਥੇ ਇਹ ਹੈ ਕਿ ਜਦੋਂ ਆਪਾਂ ਕੋਈ ਕਲਪਨਾ ਕਰਦੇ ਹਾਂ ਨਾ, ਜਿਵੇਂ ਕਵੀ ਇੱਕ ਕਲਪਨਾ ਕਰਦਾ, ਜਿਵੇਂ ਆਪਾਂ ਇਹ ਵੀ ਕਹਿੰਦੇ ਹਾਂ ਕਿ ਵਿਲੀਅਮ ਵਰਡਸਵਰਥ ਰੋਮਾਂਟਿਕ ਪੋਇਟ ਨੇ, ਕਿਉਂਕਿ ਉਹ ਕਲਪਨਾਮਈ ਕਵੀ ਨੇ। ਤਾਂ ਮੇਰੇ ਲਈ ਤਾਂ ਉਹ ਕਲਪਨਾ ਹੈ ਕਿ ਇੱਕ ਭਿਖਾਰੀ ਦੇ ਇਸ ਤਰ੍ਹਾਂ ਦੇ ਕੱਪੜੇ ਹੁੰਦੇ ਨੇ, ਮੈਂ ਉਸ ਨੂੰ ਇਸ ਤਰ੍ਹਾਂ ਕੈਨਵਸ 'ਤੇ ਉਤਾਰਨਾ, ਆਪਣੀ ਪੇਂਟਿੰਗ 'ਚ ਉਸ ਨੂੰ ਦਰਸਾਉਣਾ ਹੈ। ਤਾਂ ਮੇਰੇ ਲਈ ਤਾਂ ਉਹ ਰੋਮਾਂਸ ਹੈ, ਜਿਹੜੇ ਤੇਰੇ ਲਈ ਰੈਗਸ ਨੇ, ਫਟੇ ਪੁਰਾਣੇ ਕੱਪੜੇ ਨੇ। ਵਟ ਸੀਮਸ ਪਾਵਰਟੀ ਟੂ ਯੂ ਇਜ਼ ਪਿਕਚਰੈਸਕਨੈਸ ਟੂ ਮੀ, ਕਹਿੰਦੇ ਜਿਹੜੀ ਚੀਜ਼ ਤੈਨੂੰ ਗਰੀਬੀ ਲੱਗਦੀ ਹੈ, ਪਾਵਰਟੀ ਦਾ ਮਤਲਬ ਗਰੀਬੀ, ਉਹ ਮੇਰੇ ਲਈ ਪਿਕਚਰੈਸਕਨੈਸ ਹੈ। ਨਾਓ ਪਿਕਚਰੈਸਕਨੈਸ ਦਾ ਮਤਲਬ ਹੈ ਜੀ ਬਿਊਟੀ, ਸੁੰਦਰਤਾ, ਕਿ ਤੈਨੂੰ ਤਾਂ ਉਹਦੀ ਉਹ ਗਰੀਬੀ ਲੱਗ ਰਹੀ ਹੈ, ਪਰ ਮੈਨੂੰ ਤਾਂ ਉਹ ਉਸ 'ਚ ਸੁੰਦਰ ਲੱਗ ਰਿਹਾ ਹੈ ਕਿ ਬੈਗਰ ਕਿੰਨਾ ਵਧੀਆ ਲੱਗ ਰਿਹਾ ਸੀ ਉਹਨਾਂ ਕੱਪੜਿਆਂ 'ਚ। ਯਾਦ ਕਰੋ ਟ੍ਰੈਵਰ ਨੇ ਕੀ ਕਿਹਾ ਸੀਗਾ, ਉਸਨੇ ਉਸ ਨੂੰ ਵੈਲੈਸਕਸ ਤੇ ਰੈਮਬ੍ਰਾਂਡ ਵਰਗੇ ਪੇਂਟਰਸ ਦੇ ਨਾਲ ਇਕੁਏਟ ਕੀਤਾ ਸੀਗਾ। ਹਾਊਐਵਰ ਆਈ ਵਿਲ ਟੈਲ ਹਿਮ ਆਫ ਯੋਰ ਆਫਰ, ਕਹਿੰਦੇ ਫਿਰ ਵੀ ਮੈਨੇ ਤੁਹਾਡੀ ਆਫਰ ਉਸ ਨੂੰ ਦੱਸੀ ਹੈ। ਤਾਂ ਹੁਣ ਉਹ ਆਫਰ ਕਿਹੜੀ ਗੱਲ ਕਰ ਰਿਹਾ, ਆਫਰ ਇੱਥੇ ਆਫਰ ਦਾ ਕੀ ਮਤਲਬ ਹੈ, ਇਹ ਅੱਗੇ ਜਾ ਕੇ ਸਟੋਰੀ ਤੋਂ ਕਲੀਅਰ ਹੁੰਦਾ ਹੈ। ਐਲਨ ਸੈਡ ਹੁਈ ਸੀਰੀਅਸਲੀ, ਹੁਣ ਹੁਈ ਜਿਹੜਾ ਉਹ ਬੜਾ ਹੀ ਗੰਭੀਰ ਹੋ ਕੇ ਐਲਨ ਨੂੰ ਕਹਿੰਦਾ ਹੈ ਕਿ ਐਲਨ ਯੂ ਪੇਂਟਰਸ ਆਰ ਆ ਹਾਰਟਲੈਸ ਲੋਟ, ਕਹਿੰਦੇ ਤੁਸੀਂ ਜਿਹੜੇ ਪੇਂਟਰ ਹੋ, ਚਿੱਤਰਕਾਰ ਹੋ, ਤੁਸੀਂ ਤਾਂ ਬੜੇ ਨਿਰਦਈ ਹੋ ਨਾ। ਹਾਰਟਲੈਸ ਦਾ ਮਤਲਬ ਹੁੰਦਾ ਜੀ ਨਿਰਦਈ ਹੋਣਾ, ਜਿਹਦੇ ਅੰਦਰ ਦਿਲ ਹੀ ਨਾ ਹੋਵੇ। ਕਹਿੰਦੇ ਤੁਸੀਂ ਤਾਂ ਬਹੁਤ ਜ਼ਿਆਦਾ ਨਿਰਦਈ ਹੋ। ਐਨ ਆਰਟਿਸਟ ਹਾਰਟ ਇਜ਼ ਹਿਜ਼ ਹੈਡ, ਰਿਪਲਾਈ ਟ੍ਰੈਵਰ। ਤਾਂ ਟ੍ਰੈਵਰ ਰਿਪਲਾਈ ਕੀ ਕਰਦਾ ਹੈ, ਕਹਿੰਦੇ ਆਰਟਿਸਟ ਦਾ ਜਿਹੜਾ ਦਿਲ ਹੁੰਦਾ ਉਹ ਤਾਂ ਉਹਦੇ ਦਿਮਾਗ 'ਚ ਹੁੰਦਾ ਹੈ। ਐਂਡ ਬਿਜ਼ਾਈਡਸ ਆਵਰ ਬਿਜ਼ਨਸ ਇਜ਼ ਟੂ ਰਿਅਲਾਈਜ਼ ਦਾ ਵਰਲਡ ਐਜ਼ ਵੀ ਸੀ ਇਟ, ਕਹਿੰਦੇ ਇਸ ਤੋਂ ਇਲਾਵਾ, ਨੋ ਬਿਜ਼ਾਈਡਸ ਦਾ ਮਤਲਬ ਹੁੰਦਾ ਇਸ ਤੋਂ ਇਲਾਵਾ, ਕਹਿੰਦੇ ਸਾਡਾ ਬਿਜ਼ਨਸ ਤਾਂ ਇਹ ਹੈ, ਸਾਡਾ ਵਪਾਰ ਤਾਂ ਇਹ ਹੈ ਕਿ ਅਸੀਂ ਸੰਸਾਰ ਨੂੰ ਉਸੇ ਤਰ੍ਹਾਂ ਪੇਸ਼ ਕਰੀਏ ਜਿਵੇਂ ਕਿ ਅਸੀਂ ਦੇਖਦੇ ਹਾਂ। ਰਿਅਲਾਈਜ਼ ਦਾ ਵਰਲਡ, ਅਸੀਂ ਜੋ ਸੰਸਾਰ ਨੂੰ ਜਿਸ ਤਰ੍ਹਾਂ ਦੇਖਦੇ ਹਾਂ ਉਸੇ ਤਰ੍ਹਾਂ ਆਪਣੇ ਪੇਂਟਿੰਗ ਦੇ ਵਿੱਚ ਪੇਸ਼ ਕਰੀਏ। ਨੋਟ ਟੂ ਰਿਫੋਰਮ ਇਟ ਐਜ਼ ਵੀ ਨੋ ਇਟ, ਕਹਿੰਦੇ ਸਾਡਾ ਕੋਈ ਮਨੋਰਥ ਇਸ ਸੰਸਾਰ ਨੂੰ ਰਿਫੋਰਮ ਕਰਨਾ ਨਹੀਂ ਹੁੰਦਾ। ਰਿਫੋਰਮ ਦਾ ਮਤਲਬ ਇਸ ਦੇ ਵਿੱਚ ਕੋਈ ਚੰਗਾ ਸੁਧਾਰ ਆ ਜੇ, ਤਾਂ ਸਾਡਾ ਸੁਧਾਰ ਕਰਨਾ ਮਨੋਰਥ ਨਹੀਂ ਹੁੰਦਾ। ਅਸੀਂ ਤਾਂ ਐਜ਼ ਇਟ ਇਜ਼ ਜੋ ਰਿਐਲਿਟੀ ਹੈ ਉਸ ਨੂੰ ਪੇਸ਼ ਕਰਦੇ ਹਾਂ। ਐਵਰੀ ਮੈਨ ਟੂ ਹਿਜ਼ ਟ੍ਰੇਡ, ਹਰ ਬੰਦਾ ਆਪਣੇ ਵਪਾਰ ਨੂੰ ਦਰਸਾਉਂਦਾ ਅਸੀਂ ਪੇਸ਼ ਕਰਦੇ ਹਾਂ ਆਪਣੀਆਂ ਪੇਂਟਿੰਗ 'ਚ। ਐਂਡ ਨਾਓ ਟੈਲ ਮੀ ਹਾਊ ਲੋਰਾ ਇਜ਼, ਕਹਿੰਦੇ ਹੁਣ ਤੂੰ ਮੈਨੂੰ ਇਹ ਦੱਸ ਕਿ ਲੋਰਾ ਦਾ ਕੀ ਹਾਲ ਹੈ। ਦਾ ਓਲਡ ਮਾਡਲ ਵਾਜ਼ ਕੁਆਇਟ ਇੰਟਰਸਟਿਡ ਇਨ ਹਰ, ਕਹਿੰਦੇ ਜਿਹੜਾ ਬੁੱਢਾ ਮਾਡਲ ਸੀਗਾ ਲੋਰਾ 'ਚ ਕਾਫੀ ਦਿਲਚਸਪੀ ਲੈ ਰਿਹਾ ਸੀ। You don't mean to say you talk to him about her, said Hui, ਤਾਂ ਹੁਈ ਕਹਿੰਦਾ, ਕਹਿੰਦੇ ਹੁਣ ਤੂੰ ਇਹ ਨਾ ਕਹਿ ਕਿ ਤੂੰ ਉਸਨੂੰ ਉਸਦੇ ਬਾਰੇ ਦੱਸਿਆ ਸੀ। ਕਿਸ ਦੇ ਬਾਰੇ, ਲੋਰਾ ਬਾਰੇ। Certainly I did, ਕਹਿੰਦੇ ਹਾਂ ਨਿਸੰਦੇਹ ਮੈਂ ਦੱਸਿਆ ਸੀ। He knows all about the relentless colonel, ਹੁਣ ਜਿਹੜਾ ਬੁੱਢਾ ਮਾਡਲ ਬੈਗਰ ਮਾਡਲ ਸੀ ਉਹ ਉਸ ਬੇਸਬਰੇ ਕਰਨਲ ਦੇ ਬਾਰੇ ਸਾਰਾ ਕੁਝ ਜਾਣਦਾ ਹੈ। ਕਰਨਲ ਕੌਣ ਹੈ, ਲੋਰਾ ਦਾ ਪਿਤਾ। ਦਾ ਲਵਲੀ ਲੋਰਾ, ਪਿਆਰੀ ਲੋਰਾ ਦੇ ਬਾਰੇ ਵੀ ਜਾਣਦਾ ਹੈ। ਐਂਡ ਦਾ 10,000 ਪਾਊਂਡ, ਅਤੇ 10,000 ਪਾਊਂਡ ਦੇ ਬਾਰੇ ਵੀ ਜਾਣਦਾ ਹੈ। ਸੈਡ ਟ੍ਰੈਵਰ, ਟ੍ਰੈਵਰ ਨੇ ਕਿਹਾ। ਇਹਦਾ ਮਤਲਬ ਇਹ ਹੋਇਆ ਬੱਚਿਓ ਕਿ ਟ੍ਰੈਵਰ ਨੇ ਹੁਈ ਦੀ ਸਾਰੀ ਕਹਾਣੀ ਉਸ ਬੈਗਰ ਨੂੰ ਸੁਣਾਤੀ। ਹਾਊ ਕੁਡ ਯੂ, ਤੂੰ ਕਿਵੇਂ ਸਾਰਾ ਕੁਝ ਦੱਸ ਸਕਦਾ ਹੈ। ਕ੍ਰਾਈਡ ਹੁਈ ਲੁਕਿੰਗ ਵੈਰੀ ਰੈਡ ਐਂਡ ਐਂਗਰੀ, ਹੁਣ ਹੁਈ ਜਿਹੜਾ ਬਹੁਤ ਹੀ ਜ਼ਿਆਦਾ ਲਾਲ ਜਿਹਾ ਦਿਖ ਰਿਹਾ ਸੀ ਅਤੇ ਗੁੱਸੇ ਦਿਖ ਰਿਹਾ ਸੀ। ਮਾਈ ਡੀਅਰ ਬॉय, ਸੈਡ ਟ੍ਰੈਵਰ ਸਮਾਈਲਿੰਗ, ਹੁਣ ਟ੍ਰੈਵਰ ਉਹਨੂੰ ਥੋੜ੍ਹਾ ਸ਼ਾਂਤ ਕਰਦਾ ਹੋਇਆ ਕਹਿੰਦਾ ਕਿ ਮੇਰੇ ਪਿਆਰੇ ਬੱਚੇ,
that old beggar as you call him, ਕਹਿੰਦੇ ਜਿਸ ਨੂੰ ਤੂੰ old beggar ਕਹਿ ਰਿਹਾ ਹੈ, ਬੁੱਢਾ ਭਿਖਾਰੀ ਕਹਿ ਰਹੇ ਹੈ, is one of the richest men in Europe, ਕਹਿੰਦੇ ਉਹ ਯੂਰਪ 'ਚ ਸਭ ਤੋਂ ਅਮੀਰ ਬੰਦਿਆਂ ਵਿੱਚੋਂ ਇੱਕ ਹੈ। ਤਾਂ ਹੁਣ ਇੱਥੇ ਕਹਾਣੀ ਦਾ ਸਸਪੈਂਸ ਖੁੱਲਣਾ ਸ਼ੁਰੂ ਹੁੰਦਾ ਹੈ ਜੀ। ਹੀ ਕੁਡ ਬਾਏ ਆਲ ਲੰਡਨ ਟੁਮਾਰੋ ਵਿਦਆਊਟ ਓਵਰਡਰਾਇੰਗ ਹਿਜ਼ ਅਕਾਊਂਟ, ਕਹਿੰਦੇ ਉਹ ਕੱਲ ਨੂੰ ਹੀ ਸਾਰੇ ਦਾ ਸਾਰਾ ਲੰਡਨ ਖਰੀਦ ਸਕਦਾ ਹੈ ਅਕਾਊਂਟ ਨੂੰ ਬਿਨਾਂ ਓਵਰਡਰਾ ਕਰੇ। ਮਤਲਬ ਉਸਦੇ ਬੈਂਕ ਅਕਾਊਂਟ 'ਚ ਇੰਨਾ ਪੈਸਾ ਪਿਆ ਹੈ ਕਿ ਉਸ ਨੂੰ ਹੋਰ ਲੋਨ ਲੈਣ ਦੀ ਲੋੜ ਨਹੀਂ, ਉਸੇ ਅਕਾਊਂਟ ਵਾਲੇ ਪੈਸੇ ਦੇ ਨਾਲ ਸਾਰੇ ਲੰਡਨ ਨੂੰ ਖਰੀਦ ਸਕਦਾ ਹੈ। ਹੀ ਹੈਜ਼ ਅ ਹਾਊਸ ਇਨ ਐਵਰੀ ਕੈਪੀਟਲ, ਕਹਿੰਦੇ ਹਰ ਇੱਕ ਦੇਸ਼ ਦੀ ਰਾਜਧਾਨੀ ਵਿੱਚ ਉਸਦਾ ਘਰ ਹੈ। ਡਾਈਨਸ ਆਫ ਗੋਲਡ ਪਲੇਟਸ, ਸੋਨੇ ਦੀਆਂ ਪਲੇਟਾਂ ਦੇ ਵਿੱਚ ਉਹ ਖਾਣਾ ਖਾਂਦਾ ਹੈ। ਐਂਡ ਕੈਨ ਪ੍ਰੀਵੈਂਟ ਰਸ਼ੀਆ ਗੋਇੰਗ ਟੂ ਵॉर ਵੈਨ ਹੀ ਚੂਜ਼ਿਸ, ਅਤੇ ਉਹ ਇੰਨੀ ਜ਼ਿਆਦਾ ਪਾਵਰ ਰੱਖਦਾ ਹੈ ਕਿ ਜੇ ਰਸ਼ੀਆ ਇੱਕ ਦੇਸ਼ ਦਾ ਨਾਮ ਹੈ, ਰਸ਼ੀਆ ਜੇਕਰ ਯੁੱਧ ਵਿੱਚ ਜਾਣਾ ਚਾਹੇ ਤਾਂ ਉਹ ਉਸ ਨੂੰ ਉਸ ਯੁੱਧ ਵਿੱਚ ਜਾਣ ਤੋਂ ਰੋਕ ਵੀ ਸਕਦਾ ਹੈ। ਇੰਨਾ ਜ਼ਿਆਦਾ ਪਾਵਰਫੁਲ ਇਨਸਾਨ ਹੈ ਉਹ, ਜਿਸ ਨੂੰ ਕਿ ਤੂੰ ਬੈਗਰ ਮੰਨ ਰਹੇ ਹੈ। What on earth do you mean, ਕਹਿੰਦੇ ਤੇਰਾ ਮਤਲਬ ਕੀ ਹੈ ਸਾਰਾ ਕੁਝ ਕਹਿਣ ਦਾ, exclaimed Huey, ਹੈਰਾਨ ਹੋ ਕੇ ਕਹਿੰਦਾ Huey। What I say, ਮੈਂ ਕੀ ਕਹਿਣਾ, said Trevor, the old man you saw today in the studio was Baron Hausberg, ਕਹਿੰਦੇ ਜਿਹੜਾ ਸਟੂਡੀਓ ਦੇ ਵਿੱਚ ਤੂੰ ਅੱਜ ਬੁੱਢਾ ਆਦਮੀ ਦੇਖਿਆ ਸੀ ਉਹ ਬੈਰਨ ਹੌਸਬਰਗ ਹੈ। ਤਾਂ ਉਸ ਬੈਗਰ ਦਾ ਨਾਮ ਵੀ ਆ ਗਿਆ ਜੀ, ਬੈਰਨ ਹਾਊਸਬਰਗ। ਹੀ ਇਜ਼ ਅ ਗ੍ਰੇਟ ਫਰੈਂਡ ਆਫ ਮਾਈਨ, ਉਹ ਕਹਿੰਦੇ ਮੇਰਾ ਬਹੁਤ ਹੀ ਵਧੀਆ ਮਿੱਤਰ ਹੈ। ਬਾਇਜ਼ ਆਲ ਮਾਈ ਪਿਕਚਰਸ ਐਂਡ ਦੈਟ ਸੌਰਟ ਆਫ ਥਿੰਗ, ਉਹ ਮੇਰੀਆਂ ਸਾਰੀਆਂ ਬਣੀਆਂ ਹੋਈਆਂ ਪਿਕਚਰਸ ਪੇਂਟਿੰਗ ਖਰੀਦਦਾ ਹੈ ਅਤੇ ਇਸ ਤਰ੍ਹਾਂ ਦੀਆਂ ਹੋਰ ਚੀਜ਼ਾਂ ਵੀ ਖਰੀਦਦਾ ਹੈ। ਐਂਡ ਗੇਵ ਮੀ ਅ ਕਮਿਸ਼ਨ ਅ ਮੰਥ ਅਗੋ ਟੂ ਪੇਂਟ ਹਿਮ ਐਜ਼ ਅ ਬੈਗਰ, ਅਤੇ ਉਸਨੇ ਇੱਕ ਬੈਗਰ ਦੀ ਤਰ੍ਹਾਂ ਮੈਨੂੰ ਪੇਂਟ ਕਰਨ ਦੇ ਲਈ ਕਮਿਸ਼ਨ ਵੀ ਦਿੱਤਾ ਸੀ। ਮਤਲਬ ਕਿ ਮੈਂ ਉਸਦੀ ਜਿਹੜੀ ਇਹ ਪੇਂਟਿੰਗ ਬਣਾਈ ਹੈ ਉਹ ਕਮਿਸ਼ਨ ਲੈ ਕੇ ਬਣਾਈ ਹੈ। ਵਟ ਡੂ ਯੂ ਐਕਸਪੈਕਟ, ਕਹਿੰਦੇ ਤੂੰ ਕੀ ਆਸ ਕਰਦਾ ਹੈ। ਇਟ ਇਜ਼ ਦਾ ਵਿਮ ਆਫ ਅ ਮਿਲੀਨੀਅਰ, ਕਹਿੰਦੇ ਇਹ ਤਾਂ ਉਸ ਕਰੋੜਪਤੀ ਦਾ ਇੱਕ ਵਿਮ ਹੈ, ਸਨਕ ਹੈ, ਉਹ ਇਸ ਤਰ੍ਹਾਂ ਦੀਆਂ ਆਪਣੀਆਂ ਪੇਂਟਿੰਗ ਬਣਾਉਂਦਾ ਹੈ। ਐਂਡ ਆਈ ਮਸਟ ਸੇ ਹੀ ਮੇਡ ਅ ਮੈਗਨੀਫਿਸੈਂਟ ਫਿਗਰ ਇਨ ਹਿਜ਼ ਰੈਗਸ, ਔਰ ਪਰਹੈਪਸ ਆਈ ਸ਼ੁੱਡ ਸੇ ਇਨ ਮਾਈ ਰੈਗਸ, ਦੇ ਆਰ ਐਨ ਓਲਡ ਸੂਟ ਆਈ ਗੋਟ ਇਨ ਸਪੇਨ, ਕਹਿੰਦੇ ਮੈਨੂੰ ਇਹ ਕਹਿਣਾ ਪਊਗਾ ਕਿ ਉਹ ਬਹੁਤ ਹੀ ਸ਼ਾਨਦਾਰ ਲੱਗ ਰਿਹਾ ਸੀ ਉਹਨਾਂ ਬੇਕਾਰ ਜੇ ਕੱਪੜਿਆਂ 'ਚ, ਜਾਂ ਸ਼ਾਇਦ ਮੈਂ ਇਹ ਕਹਾਂ ਕਿ ਮੇਰੇ ਵਾਲੇ ਬੇਕਾਰ ਜੇ ਕੱਪੜਿਆਂ 'ਚ, ਕਿਉਂਕਿ ਮੈਂ ਬੇਕਾਰ ਜੇ ਕੱਪੜੇ ਕਿੱਥੋਂ ਖਰੀਦੇ ਸੀਗੇ, ਉਹ ਓਲਡ ਸੂਟ ਸੀਗਾ, ਜਿਹੜਾ ਪੁਰਾਣਾ ਸੂਟ ਸੀ ਜਿਹੜਾ ਮੈਂ ਸਪੇਨ ਤੋਂ ਖਰੀਦਿਆ ਸੀ। ਉਸ ਬੈਗਰ ਨੇ, ਯਾਨੀ ਕਿ ਬੈਰਨ ਹਾਊਸਬਰਗ ਲੰਡਨ ਦਾ ਇੱਕ ਕਰੋੜਪਤੀ ਬੰਦਾ ਹੈ ਜੀ, ਅਤੇ ਉਸ ਨੂੰ ਇੱਕ ਸ਼ੌਂਕ ਹੈ ਕਿ ਆਪਣੀਆਂ ਪੇਂਟਿੰਗ ਬਣਾਉਂਦਾ ਹੈ ਉਹ, ਅਤੇ ਇਸ ਵਾਰੀ ਉਸਨੇ ਕਮਿਸ਼ਨ ਦੇ ਕੇ ਆਪਣੀ ਬੈਗਰ ਵਾਲੀ ਪੇਂਟਿੰਗ ਬਣਾਈ। ਅਤੇ ਬੈਗਰ ਦੇ ਵਿੱਚ ਜਿਹੜੇ ਬੈਰਨ ਹਾਊਸਬਰਗ ਨੇ ਕੱਪੜੇ ਪਾਏ ਹੋਏ ਸੀ ਉਹ ਕੱਪੜੇ ਵੀ ਟਰੈਵੋਰ ਨੇ ਹੀ ਦਿੱਤੇ ਸੀ, ਜਿਹੜੇ ਕਿ ਸਪੇਨ ਤੋਂ ਲੈ ਕੇ ਆਇਆ ਸੀ। ਬੈਰਨ ਹਾਊਸਬਰਗ cried Huey ਹੁਣ ਚਿल्ला ਕੇ ਕਹਿੰਦਾ ਬੈਰਨ ਹਾਊਸਬਰਗ, ਗੁੱਡ ਹੈਵਨਸ, ਹਾਏ ਰੱਬਾ, ਆਈ ਗੇਵ ਹਿਮ ਅ ਸੋਵਰੀਨ, ਮੈਂ ਤਾਂ ਉਹਨੂੰ ਸੋਨੇ ਦੀ ਮੋਹਰ ਦਿੱਤੀ ਸੀ। ਐਂਡ ਹੀ ਸੈਂਕ ਇਨਟੂ ਐਨ ਆਰਮ ਚੇਅਰ ਦ ਪਿਕਚਰ ਆਫ ਡਿਸਮੇ, ਅਤੇ ਇਹ ਕਹਿ ਕੇ ਇੱਕ ਉਹ ਬਾਹਾਂ ਵਾਲੀ ਕੁਰਸੀ ਤੇ ਧੜਮ ਕਰਕੇ ਬੈਠ ਗਿਆ ਤੇ ਉਸਦਾ ਚਿਹਰਾ ਬਹੁਤ ਹੀ ਦੁਖੀ ਲੱਗ ਰਿਹਾ ਸੀ। ਪਿਕਚਰ ਆਫ ਡਿਸਮੇ, ਡਿਸਮੇ ਦਾ ਮਤਲਬ ਹੁੰਦਾ ਬਹੁਤ ਹੀ ਜ਼ਿਆਦਾ ਦੁਖੀ ਹੋਣਾ। ਗੇਵ ਹਿਮ ਅ ਸੋਵਰੀਨ, ਤੂੰ ਉਹਨੂੰ ਸੋਨੇ ਦਾ ਸਿੱਕਾ ਦਿੱਤਾ, ਸ਼ਾਊਟਡ ਟਰੈਵੋਰ ਚਿल्ला ਕੇ ਬੋਲਿਆ। ਐਂਡ ਹੀ ਬਰਸਟ ਇਨਟੂ ਅ ਰੋਰ ਆਫ ਲਾਫਟਰ, ਅਤੇ ਉਹ ਜ਼ੋਰ ਦੀ ਹੱਸਣ ਲੱਗਿਆ। ਬਰਸਟ ਇਨਟੂ ਲਾਫਟਰ ਦਾ ਮਤਲਬ ਹੁੰਦਾ ਬੱਚਿਓ ਜ਼ੋਰ ਨਾਲ ਹੱਸਣਾ, ਅਤੇ ਜੇਕਰ ਆਪਾਂ ਇਸ ਤਰ੍ਹਾਂ ਲਿਖ ਦਈਏ ਕਿ ਬਰਸਟ ਇਨਟੂ ਅ ਰੋਰ ਆਫ ਲਾਫਟਰ, ਤਾਂ ਕਾਫੀ ਦੇਰ ਤੱਕ ਜਦੋਂ ਕੋਈ ਜ਼ੋਰ ਨਾਲ ਹੱਸਦਾ ਤਾਂ ਅਸੀਂ ਉਸ ਨੂੰ ਕਹਿੰਦੇ ਹਾਂ ਬਰਸਟ ਇਨਟੂ ਅ ਰੋਰ ਆਫ ਲਾਫਟਰ। ਮਾਈ ਡੀਅਰ ਬॉय, ਮੇਰੇ ਪਿਆਰੇ ਲੜਕੇ, ਯੂ ਵਿਲ ਨੈਵਰ ਸੀ ਇਟ ਅਗੇਨ, ਕਹਿੰਦੇ ਹੁਣ ਇਹ ਤੈਨੂੰ ਦੁਬਾਰਾ ਨਹੀਂ ਦਿਖਣੀ ਕਦੇ। ਇਟ ਦਾ ਮਤਲਬ ਉਹ ਸੋਵਰੀਨ ਨੂੰ ਕਹਿ ਰਿਹਾ ਹੈ ਵੀ ਜਿਹੜਾ ਤੈਨੇ ਸੋਨੇ ਦਾ ਸਿੱਕਾ ਉਸ ਨੂੰ ਦਿੱਤਾ ਉਹ ਤੈਨੂੰ ਦੁਬਾਰਾ ਨਹੀਂ ਦਿਖਣੀ। ਹਿਜ਼ ਬਿਜ਼ਨਸ ਇਜ਼ ਵਿਦ ਅਦਰ ਮੈਨਸ ਮਨੀ, ਕਹਿੰਦੇ ਉਸ ਦਾ ਬਿਜ਼ਨਸ ਹੈ ਕਿ ਦੂਜੇ ਲੋਕਾਂ ਦੇ ਨਾਲ ਉਹ ਮਿਲ ਕੇ ਬਿਜ਼ਨਸ ਕਰਦਾ, ਹੁਣ ਤਾਂ ਉਹਨੇ ਬਿਜ਼ਨਸ ਚਲਾਤਾ ਪੈਸਾ ਉਹ। ਆਈ ਥਿੰਕ ਯੂ ਮਾਈਟ ਹੈਵ ਟੋਲਡ ਮੀ ਐਲਨ, ਸੈਡ ਹੁਈ ਸਲਕਲੀ। ਸਲਕਲੀ ਦਾ ਮਤਲਬ ਹੁੰਦਾ ਬੱਚਿਓ ਜਦੋਂ ਆਪਾਂ ਕੋਈ ਗੱਲ ਕਰਦੇ ਹਾਂ ਵਿੱਚੋਂ ਦੀ ਰੁਕ ਜਾਂਦੇ ਹਾਂ ਫਿਰ ਬੋਲਦੇ ਹਾਂ, ਉਸ ਨੂੰ ਇਸ ਤਰ੍ਹਾਂ ਕਹਿੰਦੇ ਨੇ। ਤਾਂ ਹੁਣ ਉਹ ਹੁਈ ਇਸ ਤਰ੍ਹਾਂ ਗੱਲ ਕਰਦੇ ਹੋਏ ਕਹਿੰਦਾ ਐਲਨ, ਵਧੀਆ ਹੁੰਦਾ ਜੇ ਤੂੰ ਮੈਨੂੰ ਪਹਿਲਾਂ ਦੱਸ ਦਿੰਦਾ ਕਿ ਬੈਗਰ ਬੈਰਨ ਹਾਊਸਬਰਗ ਹੈ, ਐਂਡ ਨੋਟ ਹੈਵ ਲੈਟ ਮੀ ਮੇਕ ਸੱਚ ਅ ਫੂਲ ਆਫ ਮਾਈ ਸੈਲਫ, ਕਹਿੰਦੇ ਇਸ ਤਰੀਕੇ ਦੇ ਨਾਲ ਮੈਂ ਆਪਣਾ ਇਸ ਤਰ੍ਹਾਂ ਦਾ ਮੂਰਖ ਨਾ ਬਣਾਉਂਦਾ, ਕਿਉਂਕਿ ਮੈਨੇ ਤਾਂ ਉਸ ਨੂੰ ਇਹ ਸ਼ੋਅ ਕੀਤਾ ਕਿ ਤੂੰ ਬੈਗਰ ਹੈ ਇਸ ਕਰਕੇ ਮੈਂ ਤੈਨੂੰ ਸੋਵਰੀਨ ਦੇ ਰਿਹਾ। ਜੇ ਮੈਨੂੰ ਪਤਾ ਹੁੰਦਾ ਕਿ ਮਿਲੀਅਨੇਅਰ ਹੈ ਤਾਂ ਮੈਂ ਇਸ ਤਰ੍ਹਾਂ ਕਿਉਂ ਕਰਦਾ, ਮੈਂ ਆਪਣੇ ਆਪ ਨੂੰ ਮੂਰਖ ਕਿਉਂ ਬਣਾਉਂਦਾ ਉਸ ਦੇ ਅੱਗੇ। ਵੈਲ ਟੂ ਬਿਗਿਨ ਵਿਦ ਹੁਈ, ਸੈਡ ਟਰੈਵੋਰ ਨੇ ਕਿਹਾ, ਕਹਿੰਦੇ ਚਲੋ ਹੁਈ, ਸ਼ੁਰੂ ਦੇ ਵਿੱਚ ਇਟ ਨੈਵਰ ਐਂਟਰਡ ਮਾਈ ਮਾਈਂਡ ਦੈਟ ਯੂ ਵੈਂਟ ਅਬਾਊਟ ਡਿਸਟਰੀਬਿਊਟਿੰਗ ਆਰਮਸ ਇਨ ਦੈਟ ਰੈਕਲੈਸ ਵੇ, ਕਹਿੰਦੇ ਮੇਰੇ ਮਨ 'ਚ ਕਦੇ ਇਸ ਤਰ੍ਹਾਂ ਦਾ ਖਿਆਲ ਨਹੀਂ ਆਇਆ ਕਿ ਤੂੰ ਇਸ ਤਰੀਕੇ ਨਾਲ ਜਿਹੜਾ ਤੇਰਾ ਪੈਸਾ ਹੈ ਉਸ ਨੂੰ ਦਾਨ ਖੈਰਾਤ ਵਿੱਚ ਵੰਡੀ ਜਾਏਗਾ, ਡਿਸਟਰੀਬਿਊਟ ਕਰੀ ਜਾਏਗਾ, ਇਨ ਦੈਟ ਰੈਕਲੈਸ ਵੇ, ਇਸ ਲਾਪਰਵਾਹੀ ਦੇ ਨਾਲ। ਯਾਦ ਕਰੋ ਬੱਚਿਓ, ਜਦੋਂ ਆਪਾਂ ਸ਼ੁਰੂ ਦੇ ਵਿੱਚ ਚੈਪਟਰ ਪੜ੍ਹਿਆ ਸੀ ਤਾਂ ਉਸ 'ਚ ਸਾਨੂੰ ਇਹ ਪਤਾ ਲੱਗਿਆ ਸੀ ਕਿ ਜਿਹੜਾ ਹਿਊਈ ਹੈ ਉਹ ਬਹੁਤ ਹੀ ਰੈਕਲੈਸ ਹੈ, ਪੈਸੇ ਦੀ ਵੀ ਪਰਵਾਹ ਹੀ ਨਹੀਂ ਕਰਦਾ। ਆਈ ਕੈਨ ਅੰਡਰਸਟੈਂਡ ਯੂ ਕਿਸਿੰਗ ਅ ਪ੍ਰੈਟੀ ਮਾਡਲ, ਕਹਿੰਦੇ ਇਹ ਤਾਂ ਸਮਝ ਆਉਂਦੇ ਕਿ ਜੇਕਰ ਸਾਡੇ ਕੋਈ ਸਾਹਮਣੇ ਕੋਈ ਵਧੀਆ ਮਾਡਲ ਖੜਾ ਹੋਵੇ ਅਸੀਂ ਉਸ ਨੂੰ
ਕਿਸ ਕਰੀਏ, ਉਸ ਨੂੰ ਪਿਆਰ ਕਰੀਏ, ਬਟ ਯੂ ਆਰ ਗਿਵਿੰਗ ਅ ਸੋਵਰਿਨ ਟੂ ਐਨ ਅਗਲੀ ਵਨ। ਪਰ ਤੂੰ ਆਪਣੀ ਜਿਹੜੀ ਸੋਵਰਿਨ ਹੈ, ਸੋਨੇ ਦੀ ਮੋਹਰ ਹੈ, ਤੂੰ ਇੱਕ ਭੈੜੇ ਜਿਹੇ ਬੰਦੇ ਨੂੰ ਦੇ ਰਹੇ ਹੈ। ਇਹ ਤਾਂ ਗੱਲ ਜੀ ਨਹੀਂ ਬਣਦੀ। ਬਾਏ ਜੋ ਹਾਏ ਰੱਬਾ, ਨੋ, ਕਹਿੰਦੇ ਇਹ ਨਹੀਂ ਸੀ ਹੋਣਾ ਚਾਹੀਦਾ। ਬਾਏ ਜੋ ਬੱਚੋ, ਜਿਵੇਂ ਆਪਾਂ ਪੰਜਾਬੀ 'ਚ ਕਹਿ ਦਿੰਦੇ ਹਾਂ ਹਾਏ ਰੱਬਾ, ਹੈ ਨਾ, ਤਾਂ ਗੁੱਡ ਹੈਵਨਸ, ਬਾਏ ਜੋ, ਇਹਨਾਂ ਦਾ ਸੇਮ ਮਤਲਬ ਹੀ ਹੁੰਦੇ ਆ। ਬਿਜ਼ਾਈਡਸ, ਇਸ ਤੋਂ ਇਲਾਵਾ, ਦਾ ਫੈਕਟ ਇਜ਼ ਦੈਟ ਆਈ ਰੀਅਲੀ ਵਾਜ਼ ਨੋਟ ਐਟ ਹੋਮ ਟੂਡੇ ਟੂ ਐਨੀ ਵਨ। ਕਹਿੰਦੇ ਗੱਲ ਤਾਂ ਅਸਲ ਇਹ ਹੈ ਕਿ ਮੈਂ ਘਰ ਨਹੀਂ ਸੀਗਾ, ਐਂਡ ਵੈਨ ਯੂ ਕੇਮ ਇਨ ਆਈ ਡਿਡਨਟ ਨੋ ਵੈਦਰ ਹੌਸਬਰਗ ਵੁੱਡ ਲਾਈਕ ਹਿਜ਼ ਨੇਮ ਮੈਂਸ਼ਨ। ਅਤੇ ਜਦੋਂ ਤੂੰ ਆਇਆ ਮੇਰੇ ਕੋਲ ਸਟੂਡੀਓ, ਤਾਂ ਮੈਂ ਨਹੀਂ ਸੀ ਜਾਣਦਾ ਕਿ ਹੌਸਬਰਗ ਆਪਣਾ ਨਾਮ ਮੈਂਸ਼ਨ ਕਰਨਾ ਚਾਹੇਗਾ ਤੇਰੇ ਅੱਗੇ। ਇੱਥੇ ਇਸ ਗੱਲ ਦਾ ਮਤਲਬ ਇਹ ਹੈ ਬੱਚਿਓ ਕਿ ਟਰੈਵਰ ਨੂੰ ਲੱਗਦਾ ਹੈ ਕਿ ਬੈਰਨ ਹੌਸਬਰਗ ਬੈਗਰ ਜਦੋਂ ਬਣਿਆ ਹੋਇਆ ਸੀ, ਤਾਂ ਉਹ ਆਪਣਾ ਨਾਮ ਅਸਲੀ ਕਿਸੇ ਨੂੰ ਦੱਸਿਆ ਜਾਵੇ ਤਾਂ ਉਸਨੇ ਇਸ ਗੱਲ ਨੂੰ ਪਸੰਦ ਨਹੀਂ ਸੀ ਕਰਨਾ। ਯੂ ਨੋ ਹੀ ਵਾਜ਼ਨ ਇਨ ਫੁੱਲ ਡਰੈਸ। ਤੈਨੂੰ ਪਤਾ ਨਾ ਕਿ ਉਹ ਆਪਣੀ ਫੁੱਲ ਡਰੈਸ 'ਚ ਤਾਂ ਹੈ ਨਹੀਂ ਸੀ। ਫੁੱਲ ਡਰੈਸ ਦਾ ਮਤਲਬ ਜਿਹੜੇ ਆਮ ਕੱਪੜੇ ਬੈਰਨ ਪਾਉਂਦਾ ਉਸ 'ਚ ਤਾਂ ਹੈ ਨਹੀਂ ਸੀ, ਉਹ ਬੈਗਰ ਬਣਿਆ ਹੋਇਆ ਸੀ। ਵਾਟ ਆ ਡਫਰ ਹੀ ਮਸਟ ਥਿੰਕ ਮੀ, ਸੈਡ ਹੁਈ। ਹੁਈ ਕਹਿੰਦਾ ਮੈਨੂੰ ਉਹ ਕਿੰਨਾ ਨਿਕੰਮਾ ਸਮਝੇਗਾ। ਡਫਰ ਦਾ ਮਤਲਬ ਹੁੰਦਾ ਜਿਸ ਨੂੰ ਕੋਈ ਅਕਲ ਹੀ ਨਾ ਹੋਵੇ, ਬੇਅਕਲ ਇਨਸਾਨ, ਉਹਨੂੰ ਆਪਾਂ ਕਹਿੰਦੇ ਹਾਂ। Not at all, ਬਿਲਕੁਲ ਵੀ ਨਹੀਂ। He was in the highest spirits after you left, kept clinging to himself and rubbing his old wrinkled hands together। ਕਹਿੰਦੇ ਉਹ ਤਾਂ ਬਹੁਤ ਹੀ ਜ਼ਿਆਦਾ ਉਤਸ਼ਾਹ 'ਚ ਸੀ। ਟੂ ਬੀ ਇਨ ਹਾਇਰ ਸਪਿਰਿਟਸ ਦਾ ਮਤਲਬ ਹੁੰਦਾ ਬਹੁਤ ਜ਼ਿਆਦਾ ਉਤਸ਼ਾਹ 'ਚ ਹੋਣਾ ਜਦੋਂ ਤੂੰ ਛੱਡ ਕੇ ਗਿਆ ਉਸ ਨੂੰ ਸਟੂਡੀਓ 'ਚ। ਇੱਥੇ ਬੱਚਿਓ ਆਹ ਸ਼ਬਦ ਲਿਖਿਆ ਰੀਸੈਟ, ਇਹ ਗਲਤ ਇੱਥੇ ਟਾਈਪ ਹੋ ਗਿਆ। ਰੀਸੈਟ ਵਰਡ ਤੁਸੀਂ ਕੱਟ ਦਿਓ, ਇੱਥੇ ਸੈਮੀਕੋਲਨ ਹੋਣਾ ਚਾਹੀਦਾ। ਅਤੇ ਇਸ ਤੋਂ ਬਾਅਦ ਇਹ ਲਾਈਨ ਹੈ ਕੈਪਟ ਚਕਲਿੰਗ ਟੂ ਹਿਮਸੈਲਫ। ਚਕਲਿੰਗ ਦਾ ਮਤਲਬ ਹੁੰਦਾ ਬੱਚਿਓ ਜਿਵੇਂ ਆਪਾਂ ਹੱਸਦੇ ਹਾਂ ਹਲਕਾ ਜਿਹਾ, ਹੈ ਨਾ, ਖਿਸਿਆਨੀ ਹੱਸੀ ਜੀ ਹੱਸਦੇ, ਉਹਨੂੰ ਆਪਾਂ ਚਕਲਿੰਗ ਕਹਿੰਦੇ ਹਾਂ। ਉਹ ਆਪਣੇ ਆਪ ਨਾਲ ਹੱਸਦਾ ਰਿਹਾ ਅਤੇ ਆਪਣੇ ਓਲਡ ਪੁਰਾਣੇ ਜੇ ਰਿੰਕਲ ਝੁਰੜੀਆਂ ਪਏ ਹੋਏ ਹੈਂਡਸ ਉਹ ਮਲਦਾ ਰਿਹਾ। ਆਈ ਕੁਡਨਟ ਮੇਕ ਆਊਟ, ਕਹਿੰਦੇ ਮੈਨੂੰ ਨਹੀਂ ਪਤਾ ਲੱਗਿਆ ਕਿ ਵਾਈ ਹੀ ਵਾਜ਼ ਸੋ ਇੰਟਰਸਟਿਡ ਟੂ ਨੋ ਆਲ ਅਬਾਊਟ ਯੂ, ਕਿ ਉਹ ਤੇਰੇ ਬਾਰੇ ਜਾਣਨ 'ਚ ਇੰਨਾ ਇੰਟਰਸਟਿਡ ਕਿਉਂ ਸੀ। ਬਟ ਆਈ ਸੀ ਇਟ ਆਲ ਨਾਓ, ਪਰ ਮੈਨੂੰ ਹੁਣ ਪਤਾ ਲੱਗ ਗਿਆ ਕਿ ਉਹ ਕਿਉਂ ਸੀ, ਕਿਉਂਕਿ ਤੂੰ ਉਹਨੂੰ ਸੋਵਰਿਨ ਦੇ ਕੇ ਆਇਆ ਸੀ, ਤਾਂ ਇਸੇ ਕਰਕੇ ਉਹ ਹੱਸ ਰਿਹਾ ਸੀ ਅਤੇ ਵਾਰ-ਵਾਰ ਆਪਣੇ ਹੱਥ ਮਲ ਰਿਹਾ ਸੀ। ਹੀ ਵਿਲ ਇਨਵੈਸਟ ਯੂਅਰ ਸੋਵਰਿਨ ਫॉर ਯੂ। ਹੁਣ ਜਿਹੜੀ ਤੂੰ ਉਸ ਨੂੰ ਸੋਨੇ ਦੀ ਮੋਹਰ ਦੇ ਕੇ ਆਇਆ, ਉਹ ਤੇਰੇ ਲਈ ਉਹ ਇਨਵੈਸਟ ਕਰੂਗਾ। ਹਿਊਈ ਪੇ ਯੂ ਦਾ ਇੰਟਰਸਟ ਐਵਰੀ 6 months, ਹਰ 6 ਮਹੀਨੇ ਬਾਅਦ ਤੈਨੂੰ ਉਹਦਾ ਉਹ ਵਿਆਜ ਵੀ ਦਿਆ ਕਰੂ। ਐਂਡ ਹੈਵ ਅ ਕੈਪੀਟਲ ਸਟੋਰੀ ਟੂ ਟੈਲ ਆਫਟਰ ਡਿਨਰ, ਅਤੇ ਡਿਨਰ ਤੋਂ ਬਾਅਦ ਫਿਰ ਇਹ ਸਾਰੀ ਸਟੋਰੀ ਸਾਰਿਆਂ ਨੂੰ ਸੁਣਾਇਆ ਕਰੂ ਕਿ ਮੇਰੇ ਨਾਲ ਕੀ ਹੋ ਗਿਆ। ਆਈ ਐਮ ਐਨ ਅਨਲੱਕੀ ਡੈਵਲ, ਕਹਿੰਦੇ ਮੈਂ ਇੱਕ ਬਦਕਿਸਮਤ ਸ਼ੈਤਾਨ ਹਾਂ। ਗਰਾਊਲਡ ਹੁਈ ਵਿਚਾਰਾ ਦੁਖੀ ਜਿਹੇ ਹੋ ਕੇ ਕਹਿ ਰਿਹਾ ਹੈ। ਦਾ ਬੈਸਟ ਥਿੰਗ ਆਈ ਕੈਨ ਡੂ ਇਜ਼ ਟੂ ਗੋ ਟੂ ਬੈਡ, ਕਹਿੰਦੇ ਹੁਣ ਜਿਹੜੀ ਵਧੀਆ ਚੀਜ਼ ਮੇਰੇ ਲਈ ਹੋ ਸਕਦੀ ਹੈ ਕਿ ਜਾ ਕੇ ਮੈਂ ਬਸ ਸੋ ਜਾ। ਐਂਡ ਮਾਈ ਡੀਅਰ ਐਲਨ, ਅਤੇ ਮੇਰੇ ਪਿਆਰੇ ਐਲਨ, ਯੂ ਮਸਟਨਟ ਟੈਲ ਐਨੀ ਵਨ, ਕਹਿੰਦੇ ਤੈਨੂੰ ਕਿਸੇ ਹੋਰ ਨੂੰ ਨਹੀਂ ਇਹ ਗੱਲ ਦੱਸਣੀ ਚਾਹੀਦੀ। ਆਈ ਸ਼ੁਡਨਟ ਡੇਅਰ ਸ਼ੋ ਮਾਈ ਫੇਸ ਇਨ ਦਾ ਰੋ, ਕਹਿੰਦੇ ਮੈਂ ਹੁਣ ਇਸ ਰੌਲੇ ਰੱਪੇ 'ਚ ਜਿਹੜਾ ਪੈ ਗਿਆ, ਮੈਂ ਹੁਣ ਆਪਣਾ ਚਿਹਰਾ ਦਿਖਾਉਣ ਦੇ ਕਿਸੇ ਨੂੰ ਕਾਬਿਲ ਨਹੀਂ ਰਿਹਾ ਕਿ ਮੈਂ ਇੱਕ ਕਰੋੜਪਤੀ ਨੂੰ ਪੈਸੇ ਦਾਨ ਕਰਤੇ। ਨੌਨਸੈਂਸ, ਬੇਕਾਰ ਦੀਆਂ ਗੱਲਾਂ, ਕਹਿੰਦੇ ਇਟ ਰਿਫਲੈਕਟਸ ਦਾ ਹਾਈਐਸਟ ਕ੍ਰੈਡਿਟ ਔਨ ਯੂਅਰ ਫਿਲੈਂਥਰੋਪਿਕ ਸਪਿਰਿਟ, ਕਹਿੰਦੇ ਇਹਦੇ ਨਾਲ ਤਾਂ ਤੇਰੇ ਵਿਵਹਾਰ ਦੇ ਵਿੱਚ ਫਿਲੈਂਥਰੋਪਿਕ ਸਪਿਰਿਟ ਝਲਕਦੀ ਹੈ। ਨਾ ਬੱਚਿਓ ਫਿਲੈਂਥਰੋਪਿਕ ਦੇ ਉੱਪਰ 9 ਨੰਬਰ ਪਾਇਆ, ਆਪਾਂ ਚੈੱਕ ਕਰ ਲੈਂਦੇ ਹਾਂ, ਤਾਂ 9 ਨੰਬਰ 'ਤੇ ਲਿਖਿਆ ਹੋਇਆ ਹੈ ਹੈਲਪਿੰਗ ਐਂਡ ਡੂਇੰਗ ਗੁੱਡ ਟੂ ਦੋਜ਼ ਇਨ ਨੀਡ। ਤਾਂ ਜਦੋਂ ਆਪਾਂ ਕਿਸੇ ਨੀਡੀ ਪਰਸਨ ਦੀ ਹੈਲਪ ਕਰਦੇ ਹਾਂ, ਉਸ ਦੀ ਮਦਦ ਕਰਦੇ ਹਾਂ, ਕਿਸੇ ਗਰੀਬ ਬੰਦੇ ਦੀ, ਤਾਂ ਅਸੀਂ ਉਸ ਨੂੰ ਫਿਲੈਂਥਰੋਪਿਕ ਸਪਿਰਿਟ ਕਹਿੰਦੇ ਹਾਂ। ਤਾਂ ਫਿਲੈਂਥਰੋਪਿਕ ਸਮਾਜ ਸੇਵਾ ਨੂੰ ਵੀ ਕਿਹਾ ਜਾਂਦਾ ਬੱਚਿਓ। ਇਸ ਗੱਲ ਤੋਂ ਤਾਂ ਇਹ ਪਤਾ ਲੱਗਦਾ ਕਿ ਤੇਰੇ ਅੰਦਰ ਕਿੰਨੀ ਸਮਾਜ ਸੇਵਾ ਦੀ ਭਾਵਨਾ ਹੈਗੀ ਹੈ। ਸਪਿਰਿਟ ਦਾ ਮਤਲਬ ਭਾਵਨਾ ਨੂੰ ਕਿਹਾ ਜਾਂਦਾ ਹੈ। ਹਿਊਈ ਐਂਡ ਡੂ ਨੋਟ ਰਨ ਅਵੇ, ਅਤੇ ਤੂੰ ਭੱਜਣਾ। ਟਾਕ ਅਬਾਊਟ ਲੌਰਾ ਐਜ਼ ਮਚ ਐਜ਼ ਯੂ ਲਾਈਕ, ਤੂੰ ਲੌਰਾ ਬਾਰੇ ਖੁੱਲ੍ਹ ਕੇ ਗੱਲ ਕਰ ਸਕਦਾ ਮੇਰੇ ਨਾਲ। ਹਾਊਐਵਰ ਹਿਊਈ ਵੁੱਡ ਨੋਟ ਸਟਾਪ, ਪਰ ਹਿਊਈ ਹੁਣ ਨਹੀਂ ਰੁਕਿਆ, ਬਟ ਵਾਕਡ ਹੋਮ, ਅਤੇ ਘਰ ਚਲਾ ਗਿਆ। ਫੀਲਿੰਗ ਵੈਰੀ ਅਨਹੈਪੀ, ਖੁਸ਼ ਨਹੀਂ ਸੀ ਬਿਲਕੁਲ ਵੀ। ਐਂਡ ਲਿਵਿੰਗ ਐਲਨ ਟ੍ਰੈਵੋਰ ਇਨ ਫਿਟਸ ਆਫ ਲਾਫਟਰ, ਅਤੇ ਪਿੱਛੇ ਐਲਨ ਹਜੇ ਵੀ ਹੱਸ ਰਿਹਾ ਸੀਗਾ। The next morning he was at breakfast. The servant brought him a card on which was written Monsieur Gustave Houdin on behalf of Monsieur Le Baron Hausberg। ਅਗਲੀ ਸਵੇਰ ਜਦੋਂ ਬ੍ਰੇਕਫਾਸਟ ਕਰ ਰਿਹਾ ਸੀ, ਇੱਥੇ ਹੀ ਦਾ ਮਤਲਬ ਹਿਊਈ ਤੋਂ ਹੈ, ਉਹ ਖਾਣਾ ਖਾ ਰਿਹਾ ਸੀ, ਤਾਂ ਨੌਕਰ ਉਸ ਲਈ ਇੱਕ ਕਾਰਡ ਲੈ ਕੇ ਆਇਆ। ਕਾਰਡ ਦੇ ਉੱਪਰ ਲਿਖਿਆ ਹੋਇਆ ਸੀ ਮਸੀਅਰ ਗੁਸਤਾਵੇ ਹਾਊਡਿਨ। ਤਾਂ ਬੱਚਿਓ ਮਸੀਅਰ ਦਾ ਮਤਲਬ ਹੁੰਦਾ ਹੈ ਸ਼੍ਰੀਮਾਨ, ਜਿਵੇਂ ਆਪਾਂ ਹੁਣ ਮਿਸਟਰ ਕਹਿੰਦੇ ਹਾਂ ਜਾਂ ਪੰਜਾਬੀ ਹਿੰਦੀ ਦੇ ਵਿੱਚ ਆਪਾਂ ਸ਼੍ਰੀ ਕਹਿੰਦੇ ਹਾਂ, ਤਾਂ ਫਰਾਂਸ ਦੇ ਵਿੱਚ ਮਸੀਅਰ ਕਿਹਾ ਜਾਂਦਾ ਹੈ। ਤਾਂ ਉਸ ਕਾਰਡ ਦੇ ਉੱਪਰ ਉਸ ਬੰਦੇ ਦਾ ਨਾਮ ਲਿਖਿਆ ਹੋਇਆ ਸੀ, ਉਸ ਦਾ ਨਾਮ ਕੀ ਸੀ? ਮਸੀਅਰ ਗੁਸਤਾਵੇ ਹਾਊਡਿਨ। ਅਤੇ ਉਹ ਕਿਸ ਦੇ ਬਿਹਾਫ ਤੋਂ ਆਇਆ ਸੀ? ਮਸੀਅਰ ਲੇ ਬੈਰਨ ਹੌਸਬਰਗ, ਮਤਲਬ ਕਿ ਹੋ ਸਕਦਾ ਹੈ ਕਿ ਲੇ ਬੈਰਨ ਹੌਸਬਰਗ ਦਾ ਉਹ ਨੌਕਰ ਸੀ ਅਤੇ ਉਹ ਹਿਊਈ ਨੂੰ ਮਿਲਣ ਆਇਆ ਸੀ। ਆਈ ਸਪੋਜ਼ ਹੀ ਹੈਜ਼ ਕਮ ਫॉर ਐਨ ਅਪੋਲੋਜੀ ਸੈਡ ਹਿਊਈ ਟੂ ਹਿਮਸੈਲਫ। ਤਾਂ ਹੁਣ ਹਿਊਈ ਆਪਣੇ ਆਪ ਨੂੰ ਕਹਿ ਰਿਹਾ ਕਿ ਸ਼ਾਇਦ ਉਹ ਮਾਫੀ ਲਈ ਆਇਆ, ਕਿ ਮੈਂ ਮਾਫੀ ਮੰਗਾ ਕਿਉਂਕਿ ਮੇਰੇ ਤੋਂ ਐਡੀ ਵੱਡੀ ਗਲਤੀ ਹੋ ਗਈ। ਐਂਡ ਹੀ ਟੋਲਡ ਦਾ ਸਰਵੈਂਟ ਟੂ ਸ਼ੋ ਦਾ ਵਿਜ਼ਿਟਰ ਅਪ, ਅਤੇ ਉਸਨੇ
ਨੌਕਰ ਨੂੰ ਕਿਹਾ ਕਿ ਵਿਜ਼ਟਰ ਜੋ ਮੈਨੂੰ ਮਿਲਣ ਆਇਆ ਹੈ, ਉਸ ਨੂੰ ਉੱਪਰ ਲਿਆ। ਐਨ ਓਲਡ ਜੈਂਟਲਮੈਨ ਵਿਦ ਗੋਲਡ ਸਪੈਕਟੀਕਲਸ ਐਂਡ ਗ੍ਰੇ ਹੈਅਰ ਕੇਮ ਇਨਟੂ ਦਾ ਰੂਮ ਐਂਡ ਸੈਡ, ਅਤੇ ਇੱਕ ਬਜ਼ੁਰਗ ਜਿਹਾ ਭੱਦਰ ਪੁਰਸ਼ ਆਇਆ, ਸੋਨੇ ਦੇ ਫਰੇਮ ਵਾਲੀਆਂ ਉਸਨੇ ਸਪੈਕਸ ਐਨਕਾਂ ਪਹਿਨੀਆਂ ਹੋਈਆਂ ਸੀ, ਉਸਦੇ ਵਾਲ ਸਫੇਦ ਸੀਗੇ, ਅਤੇ ਉਹ ਰੂਮ 'ਚ ਆਇਆ ਅਤੇ ਉਸਨੇ ਕਿਹਾ ਇਨ ਅ ਸਲਾਈਟ ਫ੍ਰੈਂਚ ਐਕਸੈਂਟ, ਤਾਂ ਉਸਨੇ ਫ੍ਰੈਂਚ ਐਕਸੈਂਟ ਦੇ ਵਿੱਚ ਕੁਝ ਬੋਲਿਆ। ਤਾਂ ਸਟੂਡੈਂਟਸ ਇੱਥੇ ਫ੍ਰੈਂਚ ਐਕਸੈਂਟ ਦਾ ਮਤਲਬ ਕੀ ਹੈ ਮੈਂ ਸਮਝਾ ਦਿੰਦਾ ਬੱਚੋ। ਜਿਵੇਂ ਹੁਣ ਆਪਾਂ ਦੇਖਦੇ ਹਾਂ ਨਾ ਕਿ ਇੰਗਲਿਸ਼ ਹਰ ਜਗ੍ਹਾ ਬੋਲੀ ਜਾਂਦੀ ਹੈ, ਸਾਡੇ ਇੰਡੀਆ 'ਚ ਵੀ ਬੋਲੀ ਜਾਂਦੀ ਹੈ, ਅਮਰੀਕਾ 'ਚ ਬੋਲੀ ਜਾਂਦੀ ਹੈ, ਆਸਟ੍ਰੇਲੀਆ 'ਚ ਬੋਲੀ ਜਾਂਦੀ ਹੈ, ਲੇਕਿਨ ਇੰਗਲਿਸ਼ ਬੋਲਣ ਦਾ ਤਰੀਕਾ ਸਭ ਦਾ ਅਲੱਗ-ਅਲੱਗ ਹੈ। ਜਿਵੇਂ ਅਸੀਂ ਇੰਡੀਅਨ ਲੋਕ ਇੰਗਲਿਸ਼ ਬੋਲਦੇ ਹਾਂ, ਉਹ ਬਿਲਕੁਲ ਹੋਰ ਤਰੀਕੇ ਦੇ ਨਾਲ ਇੰਗਲਿਸ਼ ਬੋਲਦੇ ਹਾਂ। ਸਾਡਾ ਜਿਹੜਾ ਤਰੀਕਾ ਅਮਰੀਕਾ ਜਾਂ ਆਸਟ੍ਰੇਲੀਆ ਦੇ ਨਾਲ ਨਹੀਂ ਮਿਲਦਾ। ਤਾਂ ਇਸੇ ਤਰ੍ਹਾਂ ਫਰਾਂਸ ਦੇਸ਼ ਦੇ ਵਿੱਚ ਫ੍ਰੈਂਚ ਬੋਲਣ ਦਾ ਆਪਣਾ ਤਰੀਕਾ ਹੈ, ਉਸ ਨੂੰ ਆਪਾਂ ਕਹਿੰਦੇ ਹਾਂ ਹੈਵ ਆਈ ਦੀ ਆਨਰ ਆਫ ਐਡਰੈਸਿੰਗ ਮਸੀਅਰ ਇਸਕੀਨ, ਕੀ ਮੈਂ ਸ਼੍ਰੀਮਾਨ ਇਸਕੀਨ ਦੇ ਨਾਲ ਗੱਲ ਕਰ ਰਿਹਾ ਹਾਂ। ਉਹ ਜਿਹੜਾ ਪਰਸਨ ਆਉਂਦਾ ਉਹ ਬੋਲਦਾ ਹੈ ਹੁਈ ਬਾਊਡ, ਤਾਂ ਹੁਈ ਸਿਰ ਹਿਲਾ ਕੇ ਕਹਿੰਦਾ ਹਾਂ ਮੈਂ ਹੀ ਹੁਈ ਇਸਕੀਨ ਹੈ। ਆਈ ਹੈਵ ਕਮ ਫਰੋਮ ਬੈਰਨ ਹੌਸਬਰਗ, ਹੀ ਕੰਟੀਨਿਊਡ ਦਾ ਬੈਰਨ, ਤਾਂ ਫਿਰ ਉਹ ਕਹਿੰਦਾ ਕਿ ਮੈਂ ਬੈਰਨ ਹੌਸਬਰਗ ਦੀ ਤਰਫੋਂ ਆਇਆ, ਤੇ ਉਸਨੇ ਦਾ ਬੈਰਨ ਕਿਹਾ। ਦਾ ਬੈਰਨ ਜਿਸ ਦੇ ਨਾਂ ਨਾਲ ਉਹ ਪੂਰੇ ਲੰਡਨ 'ਚ ਜਾਣਿਆ ਜਾਂਦਾ ਹੈ। ਆਈ ਬੈਗ ਸਰ ਦੈਟ ਯੂ ਵਿਲ ਆਫਰ ਹਿਮ ਮਾਈ ਸਿੰਸੀਅਰੈਸਟ ਐਪੋਲੋਜੀਜ਼, ਸਟੈਮਰਡ ਹੁਈ। ਹੁਈ ਹੁਣ ਕੁਝ ਹਕਲਾਉਂਦੇ ਹੋਏ ਰੁਕਦੇ ਰੁਕਦੇ ਬੋਲਦਾ ਹੈ ਕਿ ਸਰ ਮੈਂ ਤੁਹਾਡੇ ਅੱਗੇ ਪ੍ਰਾਰਥਨਾ ਕਰਦਾ ਕਿ ਤੁਸੀਂ ਮੇਰੀਆਂ ਸਿੰਸੀਅਰੈਸਟ ਐਪੋਲੋਜੀਜ਼ ਦਾ ਮਤਲਬ ਹੁੰਦਾ ਬੱਚਿਓ ਮਾਫੀ, ਕਿ ਮੇਰੀਆਂ ਵਿਨਮਰਤਾ ਪੂਰਵਕ ਜੋ ਮੈਂ ਮਾਫੀ ਮੰਗ ਰਹੇ ਹਾਂ ਤੁਸੀਂ ਉਹਨਾਂ ਨੂੰ ਆਫਰ ਕਰਿਓ, ਉਹਨਾਂ ਨੂੰ ਜਾ ਕੇ ਦੱਸਿਓ ਕਿ ਮੈਂ ਆਪਣੇ ਕਿੱਤੇ ਲਈ ਸ਼ਰਮਿੰਦਾ ਹਾਂ, ਮੈਂ ਜੋ ਕੁਝ ਕੀਤਾ ਉਸ ਦੇ ਲਈ ਮੈਂ ਮਾਫੀ ਮੰਗਦਾ। ਦਾ ਬੈਰਨ ਸੈਡ ਦਾ ਓਲਡ ਜੈਂਟਲਮੈਨ ਵਿਦ ਅ ਸਮਾਈਲ। ਹੁਣ ਉਹ ਜਿਹੜਾ ਓਲਡ ਜੈਂਟਲਮੈਨ ਹੈ ਜੋ ਆਇਆ, ਗੁਸਤਾਵੇ ਹੌਰਡਿੰਗ ਜੋ ਆਇਆ ਜਿਸ ਦਾ ਨਾਮ ਹੈ, ਉਹ ਸਮਾਈਲ ਦਿੰਦੇ ਹੋਏ ਬੋਲਦਾ ਕਿ ਬੈਰਨ ਹੈਜ਼ ਕਮਿਸ਼ਨ ਮੀ ਟੂ ਬ੍ਰਿੰਗ ਯੂ ਦਿਸ ਲੈਟਰ, ਕਿ ਬੈਰਨ ਨੇ ਮੈਨੂੰ ਇਹ ਕਿਹਾ ਕਿ ਮੈਂ ਇਹ ਲੈਟਰ ਤੁਹਾਨੂੰ ਦੇਵਾਂ, ਬ੍ਰਿੰਗ ਯੂ ਦਿਸ ਲੈਟਰ, ਐਂਡ ਹੀ ਐਕਸਟੈਂਡਡ ਅ ਸੀਲਡ ਐਨਵੀਲੋਪ, ਅਤੇ ਉਹ ਇੱਕ ਸੀਲ ਕੀਤਾ ਹੋਇਆ ਲਿਫਾਫਾ ਉਸ ਨੂੰ ਪਕੜਾ ਦਿੰਦਾ ਹੈ। On the outside was written a wedding present to Hughie Erskine and Laura Merton from an old beggar, ਤਾਂ ਉਸ ਲਿਫਾਫੇ ਦੇ ਬਾਹਰ ਲਿਖਿਆ ਹੁੰਦਾ ਜੀ ਕਿ ਇੱਕ ਵਿਆਹ ਦਾ ਗਿਫਟ ਕਿਸ ਨੂੰ, ਹਿਊਈ ਇਰਸਕੀਨ ਅਤੇ ਲੋਰਾ ਮਰਟਨ ਨੂੰ, ਕਿਸ ਵੱਲੋਂ, ਫਰੋਮ ਐਨ ਓਲਡ ਬੈਗਰ, ਇੱਕ ਬੁੱਢੇ ਭਿਖਾਰੀ ਵੱਲੋਂ, ਐਂਡ ਇਨਸਾਈਡ ਵਾਜ਼ ਅ ਚੈੱਕ ਫॉर 10,000 ਪਾਉਂਡ, ਅਤੇ ਉਸ ਲਿਫਾਫੇ ਦੇ ਅੰਦਰ ਕੀ ਹੁੰਦਾ ਜੀ 10,000 ਪਾਉਂਡ ਦਾ ਇੱਕ ਚੈੱਕ। ਤਾਂ ਹੁਣ ਤੁਹਾਨੂੰ ਪਤਾ ਲੱਗ ਗਿਆ ਹੋਣਾ ਬੱਚਿਓ, ਕਿਉਂਕਿ ਟ੍ਰੈਵੋਰ ਨੇ ਸਾਰੀ ਕਹਾਣੀ ਦੱਸਤੀ ਸੀਗੀ ਬੈਰਨ ਹੌਸਬਰਗ ਨੂੰ, ਹਿਊਈ ਕੌਣ ਹੈ, ਇਸ ਦੀਆਂ ਪ੍ਰੋਬਲਮਸ ਕੀ ਨੇ, ਕੀ ਕਰਦਾ ਹੈ, ਤਾਂ ਉੱਥੋਂ ਬੈਰਨ ਨੂੰ ਸਾਰੀ ਗੱਲ ਦਾ ਪਤਾ ਲੱਗ ਗਿਆ ਕਿ ਇਸ ਨੂੰ 10,000 ਪਾਉਂਡ ਦੀ ਜ਼ਰੂਰਤ ਹੈ ਕਿਉਂਕਿ ਇਸ ਨੇ ਸ਼ਾਦੀ ਕਰਾਉਣੀ ਹੈ ਲੋਰਾ ਨਾਲ। ਤੇ ਬੈਰਨ ਇੰਨਾ ਜ਼ਿਆਦਾ ਇੰਪ੍ਰੈਸ ਸੀਗਾ ਹਿਊਈ ਨਾਲ, ਨੇਚਰ ਨੂੰ ਦੇਖ ਕੇ, ਉਸਦੀ ਦਰਿਆ ਦਿਲੀ ਨੂੰ ਦੇਖ ਕੇ ਇੰਨਾ ਜ਼ਿਆਦਾ ਪਸੀਜ ਗਿਆ ਸੀ ਕਿ ਉਸਨੇ 10,000 ਪਾਉਂਡ ਦਾ ਚੈੱਕ ਆਪਣੇ ਨੌਕਰ ਦੇ ਹੱਥੋਂ ਉਸ ਨੂੰ ਭਿਜਵਾਇਆ ਤਾਂ ਕਿ ਉਹ ਲੋਰਾ ਮਰਟਨ ਨਾਲ ਸ਼ਾਦੀ ਕਰ ਸਕੇ। ਤੇ ਸ਼ਾਦੀ ਹੋ ਗਈ ਜੀ। ਵੈਨ ਦੇ ਵਰ ਮੈਰਿਡ ਐਲਨ ਟ੍ਰੈਵੋਰ ਵਾਜ਼ ਦਾ ਬੈਸਟ ਮੈਨ ਐਂਡ ਦੀ ਬੈਰਨ ਮੇਡ ਅ ਸਪੀਚ ਐਟ ਦਾ ਵੈਡਿੰਗ ਬ੍ਰੇਕਫਾਸਟ। ਜਦੋਂ ਫਿਰ ਮੈਰਿਜ ਹੋਈ ਜੀ ਕਿਸ ਦੀ, ਲੋਰਾ ਮਰਟਨ ਦੀ, ਕਿਸ ਦੇ ਨਾਲ, ਸਾਡੇ ਹੀਰੋ ਹਿਊਈ ਇਰਸਕੀਨ ਦੇ ਨਾਲ। ਜਦੋਂ ਦੋਨਾਂ ਦੀ ਸ਼ਾਦੀ ਹੋ ਗਈ, ਐਲਨ ਟ੍ਰੈਵੋਰ ਉਸ ਸ਼ਾਦੀ ਦੇ ਵਿੱਚ ਬੈਸਟ ਮੈਨ ਬਣਿਆ। ਨਾ ਬੈਸਟ ਮੈਨ ਦਾ ਮਤਲਬ ਹੁੰਦਾ ਬੱਚਿਓ ਜਿਵੇਂ ਸਾਡੇ ਵਿਆਹਾਂ ਦੇ ਵਿੱਚ ਸਰਵਾਲਾ ਬਣਾਇਆ ਜਾਂਦਾ, ਤਾਂ ਇਸ ਤਰ੍ਹਾਂ ਇੰਗਲੈਂਡ ਦੇ ਵਿੱਚ ਦਾ ਬੈਸਟ ਮੈਨ ਬਣਾਇਆ ਜਾਂਦਾ ਹੈ। ਆਮ ਤੌਰ 'ਤੇ ਉਹ ਕੌਣ ਹੁੰਦਾ ਹੈ, ਜਿਹੜਾ ਲਾੜੇ ਦਾ ਬਹੁਤ ਹੀ ਕਲੋਜ਼ ਫਰੈਂਡ ਹੁੰਦਾ ਹੈ, ਉਸ ਨੂੰ ਬਣਾਇਆ ਜਾਂਦਾ ਹੈ, ਜੋ ਕਿ ਲਾੜੇ ਦੇ ਨਾਲ ਸਾਰੇ ਵਿਆਹ ਦੇ ਵਿੱਚ ਨਾਲ ਤੁਰਿਆ ਫਿਰਦਾ ਹੁੰਦਾ ਹੈ। ਤਾਂ ਉਹ ਕੌਣ ਬਣਿਆ ਜੀ, ਐਲਨ ਟ੍ਰੈਵੋਰ। ਅਤੇ ਉਸ ਵੈਡਿੰਗ ਦੇ ਵਿੱਚ, ਉਸ ਵਿਆਹ ਦੇ ਵਿੱਚ ਬੈਰਨ ਹੌਸਬਰਗ ਨੇ ਵੈਡਿੰਗ ਬ੍ਰੇਕਫਾਸਟ 'ਤੇ ਜਦੋਂ ਖਾਣਾ ਖਾ ਰਹੇ ਸੀ, ਲੋਕ ਬ੍ਰੇਕਫਾਸਟ ਕਰ ਰਹੇ ਸੀ, ਤੇ ਉਸਨੇ ਸਪੀਚ ਵੀ ਦਿੱਤੀ। Millionaire models, remarked Alan, are rare enough, but by Jove, model millionaires are rarer still. ਤਾਂ ਜਦੋਂ ਬੈਰਨ ਹੌਸਬਰਗ ਵੈਡਿੰਗ ਬ੍ਰੇਕਫਾਸਟ ਦੀ ਸਪੀਚ ਦਿੰਦਾ ਹੈ ਤਾਂ ਉਸ ਸਪੀਚ ਨੂੰ ਸੁਣ ਕੇ ਐਲਨ ਟ੍ਰੈਵੋਰ ਕੀ ਕਹਿੰਦਾ ਹੈ, ਕਹਿੰਦਾ ਮਿਲੀਅਨੇਅਰ ਮਾਡਲਸ ਆਰ ਰੇਅਰ ਇਨਫ, ਕਹਿੰਦੇ ਬਹੁਤ ਹੀ ਘੱਟ ਮਾਡਲ ਹੁੰਦੇ ਨੇ ਜੋ ਮਿਲੀਅਨੇਅਰ ਬਣਦੇ ਨੇ। ਮਾਡਲ ਤਾਂ ਬਹੁਤ ਸਾਰੇ ਹੁੰਦੇ ਨੇ ਲੇਕਿਨ ਉਹ ਕਰੋੜਪਤੀ ਕੋਈ ਬਣਦੇ ਨੇ। ਬਟ ਬਾਈ ਜੋਵ, ਪਰ ਕਿਸਮਤ ਦੇ ਨਾਲ, ਮਾਡਲ ਮਿਲੀਅਨੇਅਰਸ ਆਰ ਰੇਅਰ ਸਟਿਲ, ਕਹਿੰਦੇ ਜਿਹੜੇ ਉਹ ਮਿਲੀਅਨੇਅਰ, ਉਹ ਕਰੋੜਪਤੀ ਹੋਰ ਵੀ ਘੱਟ ਹੁੰਦੇ ਨੇ ਜਿਹੜੇ ਕਿ ਰੋਲ ਮਾਡਲ ਬਣਦੇ ਨੇ ਦੁਨੀਆ ਦੇ ਲਈ। ਤਾਂ ਇੱਥੇ ਮਾਡਲ ਮਿਲੀਅਨੇਅਰ ਕਿਸ ਨੂੰ ਕਿਹਾ ਗਿਆ ਜੀ, ਬੈਰਨ ਹੌਸਬਰਗ ਨੂੰ। ਤਾਂ ਉਮੀਦ ਹੈ ਬੱਚਿਓ ਕਿ ਤੁਹਾਨੂੰ ਇਹ ਸਾਰੀ ਸਟੋਰੀ ਪਸੰਦ ਆਈ ਹੋਣੀ। ਸਟੋਰੀ ਸਾਨੂੰ ਸਿੱਖਿਆ ਦਿੰਦੀ ਹੈ ਕਿ ਇਨਸਾਨ ਆਪਣੀ ਜੇਬ ਤੋਂ ਅਮੀਰ ਹੋਵੇ ਨਾ ਹੋਵੇ, ਦਿਲ ਤੋਂ ਅਮੀਰ ਜ਼ਰੂਰ ਹੋਣਾ ਚਾਹੀਦਾ ਹੈ। ਹਿਊਈ ਇਰਸਕੀਨ ਵਰਗਾ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਦੇ ਇਨਸਾਨ ਨੂੰ ਕਿਸਮਤ ਕਦੇ ਨਾ ਕਦੇ, ਕਿਤੇ ਨਾ ਕਿਤੇ ਜ਼ਰੂਰ ਸਾਥ ਦਿੰਦੀ ਹੈ। ਤਾਂ ਸਟੂਡੈਂਟਸ, ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਰੀ ਸਟੋਰੀ ਕਲੀਅਰ ਹੋ ਗਈ ਹੋਵੇਗੀ। ਜੇਕਰ ਫਿਰ ਵੀ ਕੋਈ ਡਾਊਟ ਹੈ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ। ਨੈਕਸਟ ਵੀਡੀਓ ਦੇ ਵਿੱਚ ਆਪਾਂ ਇਸੇ ਚੈਪਟਰ ਦੇ ਕੰਪਰੀਹੈਂਸ਼ਨ ਕੁਐਸਚਨ ਦੇ ਸ਼ਾਰਟ ਆਨਸਰ ਟਾਈਪ ਕੁਐਸਚਨ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ, ਇਹਨਾਂ ਨੂੰ ਆਪਾਂ ਡਿਸਕਸ ਕਰਾਂਗੇ।
ਅਤੇ ਫਿਰ ਉਸ ਤੋਂ ਬਾਅਦ ਜੋ ਇਸਦੇ ਲੌਂਗ ਆਨਸਰ ਕੁਐਸਚਨਸ ਨੇ ਉਹਨਾਂ ਨੂੰ ਆਪਾਂ ਡਿਸਕਸ ਕਰਾਂਗੇ। ਫਿਰ ਮਿਲਦੇ ਹਾਂ ਜੀ, ਧੰਨਵਾਦ।